सतनाम श्री वाहिगुरु। गुरु गरीब साहिब श्री गुरु ग्रंथ साहिब महाराज जी। एक अदुती गुरु नानक देवा ओंकार गुर अंगद अभेवा। सतनाम गुर अमर प्यारे करता रामदास गुरवारे। पुरख श्री अर्जन सुखदानी निर्भओ हर गोबिंद गुण खानी। निर्वैर गुरु है श्री हर राय। अकाल मूर्त हर कृष्ण ध्याए अजूनी तेग बहादुर राय। सैभं श्री दशमेश सहाय। गुर प्रसाद ग्रंथ गुर ज्ञाना। वाहिगुरु बंदन भगवाना। दो कालम परणासी दयालम स्वरूपे। सदा अंग संगे अपंगं विभूति। हमें अब गुण भरे एक गुण नाही। अमृत छाड़ बिख बिख खाई माया मोह। परम पै भूले सुतदारा स्यों प्रीत लगाई। एक उत्तम पंथ सुनियो गुर संगत। तह मिलंत जम त्रास मिटाई। एक अरदास पाठ कीरत की। गुरु रामदास राखो सरनाई। धन वाहिगुरु वाहिगुरु वाहिगुरु। धन वाहिगुरु वाहिगुरु। धन वाहिगुरु वाहिगुरु।
ਜਨਮ ਅਕਾਰਤ ਕੀਨਾ। ਕਹੋ ਨਾਨਕ ਹਰ ਭਜ ਮਨਾ ਜਹ ਬਿਦ ਜਲ ਕੋ ਪੀਨ। ਕਹੋ ਨਾਨਕ ਹਰ ਭਜ ਮਨਾ ਜੈ ਬਿਦ ਜਲ ਕੋ ਪੀਨਾ। ਜਹ ਬਿਦ ਜਲ ਕੋ ਪੀਨ ਜਹ ਬਿਦ ਜਲ ਕੋ ਪੀਨ। ਜੈ ਬਿਦ ਜਲ ਕੋ ਪੀਨਾ ਜੈ ਬਿਦ ਜਲ ਕੋ ਪੀਨਾ। ਵਾਹਿਗੁਰੂ 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 ਸਾਰੇ ਜਪ ਵਾਹਿਗੁਰੂ 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 ਵਾਹਿਗੁ
Hare
सगलो लेखा जो पाट्यो सगलो
दोई एक है, हर हर जन दोई एक है, हर हर जन दोई एक है, हर हर जन दोई एक है। बिप विचार कश नाहे, बिप विचार कश नाहे, बिप विचार कछ नाहे, बिप विचार कछ नाहे। जल ते उपजत रंग ज्यों, जल ते उपजत रंग ज्यों, जल ते उपजत रंग ज्यों, जल ते उपजत रंग ज्यों। जल ही बिखे समाए, जल ही बिखे समाए, जल ही बिखे समाए, जल ही बिखे समाए। वाहिगुरु धन वाहिगुरु, वाहिगुरु धन वाहिगुरु, वाहिगुरु धन वाहिगुरु, वाहिगुरु धन वाहिगुरु। वाहिगुरु 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 गुरु मंत्र है जप होमै कोई। धन गुरु ग्रंथ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਮਹਾਰਾਜ ਜੀ ਬਚਨ ਕਰਦੇ ਹੈ, ਤੇਰੀ ਹੋਮੈ ਖੋਵੇਗੀ ਜਪ ਮਨ ਵਾਹਿਗੁਰੂ, ਹੋਮੈ ਖੋਵੇਗੀ ਜਪ ਮਨ ਵਾਹਿਗੁਰੂ, ਤੇਰੀ 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 ਹੋਮੈ ਖੋਵੇਗੀ ਜਪ ਮਨ ਵਾਹਿਗੁਰੂ, ਹੋਮੈ ਖੋਵੇਗੀ ਜਪ ਮਨ ਵਾਹਿਗੁਰੂ, ਤੇਰੀ 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 ਹੋਮੈ ਖੋਵੇਗੀ ਜਪ ਮਨ ਵਾਹਿਗੁਰੂ, ਹੋਮੈ ਖੋਵੇਗੀ ਜਪ ਮਨ ਵਾਹਿਗੁਰੂ, ਹੋਮੈ ਖੋਵੇਗੀ ਜਪ ਮਨ ਵਾਹਿਗੁਰੂ, ਤੇਰੀ 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 ਹੋਮੈ ਖੋਵੇਗੀ, ਹੋਮੈ ਖੋਵੇਗੀ, ਤੇਰੀ 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 ਹੋਮੈ ਖੋਵੇਗੀ, ਹੋਮੈ ਖੋਵੇਗੀ, ਤੇਰੀ ਹੋਮੈ ਖੋਵੇਗੀ, ਤੇਰੀ ਹੋਮੈ ਖੋਵੇਗੀ, ਤੇਰੀ ਹੋਮੈ ਖੋਵੇਗੀ, ਤੇਰੀ ਹੋਮੈ ਖੋਵੇਗੀ, ਭਾਈ ਤੇਰੀ ਹੋਮੈ ਖੋਵੇਗੀ ਜਪ ਲੈ ਵਾਹਿਗੁਰੂ, ਹੋਮੈ ਖੋਵੇਗੀ ਜਪ ਲੈ ਵਾਹਿਗੁਰੂ, ਤੇਰੀ ਹੋਮੈ ਖੋਵੇਗੀ ਜਪ ਲੈ ਵਾਹਿਗੁਰੂ, ਤੇਰੀ ਹੋਮੈ ਖੋਵੇਗੀ
ਜਪ ਲੈ ਵਾਹਿਗੁਰੂ ਮੈਂ ਖੂਬੇਗੀ ਜਪ ਲੈ ਵਾਹਿਗੁਰੂ ਤੇਰੀ ਮੈਂ ਖੂਬੇਗੀ ਜਪ ਲੈ ਵਾਹਿਗੁਰੂ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਦਸੰਭਰ ਏਕੈ ਨਾਮ ਜਪਤੇ ਅਗਣਤ ਅਨੇਕੈ ਵੇਦ ਪੁਰਾਣ ਸਿਮਰਤ ਸੁਦਾਖਰ ਕੀਨੇ RAM ਨਾਮ ਇੱਕ ਆਖਰ ਕਿਨ ਕਾ ਏਕ ਜਿਸ ਜੀ ਬਸਾਵੈ ਤਾਕੀ ਮਹਿਮਾ ਗਨੀ ਨਾ ਆਵੈ ਕੰਖੀ ਏਕੈ ਦਰਸ ਤੁਹਾਰੋ ਨਾਨਕ ਗੁਣ ਸੰਗ ਮੋਹਿ ਉਧਾਰੋ ਪਰਮ ਸੰਕਾਰ ਜੋ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ ਗੱਜ ਕੇ ਫਤਿਹ ਬੁਲਾਓ ਕੋਈ ਵੀ ਰਸਨਾ ਵਾਂਝੀ ਨਾ ਰਵੇ ਇੱਕੋ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਇਮਾਨ ਹੋ ਕਰਕੇ ਆਪ ਸਰਬੱਤ ਸੰਗਤ ਦੂਰੋਂ ਨੇੜਿਓਂ ਚੱਲ ਕਰਕੇ ਪਾਵਨ ਪਵਿੱਤਰ ਸਥਾਨ ਧੰਨ ਧੰਨ ਭਗਵਾਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਮਹਾਰਾਜ ਜਿਸ ਅਸਥਾਨ ਦੇ ਮੁੱਖ ਸੇਵਾਦਾਰ ਸ਼੍ਰੀਮਾਨ ਸੰਤ ਬਾਬਾ ਦਲਜੀਤ ਸਿੰਘ ਜੀ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰੂ ਸਾਹਿਬ ਜੀ ਦੀ ਛਤਰ ਛਾਇਆ ਹੇਠ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਲਗਤੇ ਜਿਗਰ ਵੱਡੇ ਸੁਪੁੱਤਰ ਭਗਵਾਨ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦਾ 527ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਉਣਾ ਕਰ ਰਹੇ ਹਨ ਅੱਜ ਅੰਮ੍ਰਿਤ ਵੇਲੇ ਤੋਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ਼੍ਰੀ ਅਖੰਡ ਜਾਪ ਸਾਹਿਬ ਆਰੰਭ ਕੀਤੇ ਗਏ ਸਨ ਸਮੇਤ ਸ਼੍ਰੀ ਸੁਖਮਨੀ ਸਾਹਿਬ ਪਹਿਲੀ ਰਾਤਰੀ ਦੇ ਦੀਵਾਨਾਂ ਵਿੱਚ ਆਪ ਜੀ ਹਾਜ਼ਰੀ ਭਰ ਰਹੇ ਹੋ ਆਰੰਭਤਾ ਦੇ ਵਿੱਚ ਵਾਹਿਗੁਰੂ ਗੁਰੂ ਮੰਤਰ ਹੈ ਜਪ ਹਉਮੈ ਖੋਈ ਕਈ ਵਾਰੀ ਜਦੋਂ ਗੁਰੂ ਮੰਤਰ ਦਾ ਜਾਪ ਹੁੰਦਾ ਹੈ 5 ਮਿੰਟ 10 ਮਿੰਟ 15 ਮਿੰਟ ਸੰਗਤ ਦੇ ਮਨ ਚ ਆਉਂਦਾ ਹੁੰਦਾ ਇਹ ਵਚਨ ਕਿ ਕੋਈ ਗੱਲ ਸੁਣਾਉਣ ਕੋਈ ਕਥਾ ਕਰਨ ਵਾਹਿਗੁਰੂ ਵਾਹਿਗੁਰੂ ਤਾਂ ਘਰ ਬਹਿ ਕੇ ਵੀ ਕਰ ਲਾਂਗੇ ਪਰ ਕਰਦੇ ਨਹੀਂ ਆਖੋ ਸਤਨਾਮ ਵਾਹਿਗੁਰੂ ਜੀ ਇੱਕ ਮਨ ਚ ਹੁੰਦਾ ਵੀ ਬਹਿ ਕੇ ਕਰ ਲਾਂਗੇ ਪਰ ਘਰ ਚ ਕਰਦੇ ਨਹੀਂ ਨਾਲੇ ਸੰਗਤ ਦੇ ਵਿੱਚ ਬੈਠ ਕੇ ਜਪਿਆ ਜਿਹੜਾ ਲਾਭ ਹੈ ਘਰ 'ਚ ਇੱਕ ਵਾਰੀ ਵਾਹਿਗੁਰੂ ਬਚਨ ਕਰੋਗੇ ਇੱਕ ਵਾਰੀ ਹੀ ਗਿਣਿਆ ਜਾਂਦਾ ਹੈ ਜੇ ਸੰਗਤ ਦੇ ਵਿੱਚ 100 ਸਰੀਰ ਹੈ 200 ਸਰੀਰ ਹੈ ਇਕੱਠੇ ਤੁਸੀਂ ਜਪਦੇ ਹੋ ਵਾਹਿਗੁਰੂ ਕਹਿੰਦੇ ਹੋ ਇੱਕ ਵਾਰੀ ਸੁਣਦੇ ਹੋ 100 ਵਾਰੀ ਗਾਵਤ ਉਧਰੇ ਸੁਣਤੇ ਉਧਰੇ ਬਿਨਸੇ ਪਾਪ ਕਨੇਰੇ ਮਾਰੇ ਕਹਿੰਦੇ ਗਾਉਣ ਵਾਲੇ ਦਾ ਤੇ ਭਲਾ ਹੁੰਦਾ ਹੀ ਹੈ ਸੁਣਨ ਵਾਲੇ ਦਾ ਉਹ ਤੋਂ ਵੀ ਜ਼ਿਆਦਾ ਭਲਾ ਹੁੰਦਾ ਜਪੋਗੇ ਇੱਕ ਵਾਰੀ ਸੁਣੋਗੇ 100 ਵਾਰੀ ਇਹ ਸੰਗਤ ਵਿੱਚ ਬਹਿ ਕੇ ਜਪਣ ਦਾ ਫਲ ਹੁੰਦਾ ਘਰ 'ਚ ਇੱਕ ਵਾਰੀ ਕਹੋਗੇ ਇੱਕ ਵਾਰੀ ਗਿਣਿਆ ਜਾਂਦਾ ਹੈ ਸੰਗਤ ਵਿੱਚ 100 ਸਰੀਰ ਹੈ ਇੱਕ ਵਾਰੀ ਕਹੋਗੇ 100 ਵਾਰ ਗਿਣਿਆ ਜਾਣਾ ਇਹੀ ਸੰਗਤ ਵਿੱਚ ਬਹਿ ਕੇ ਜਪਣ ਦਾ ਫਾਇਦਾ ਹੈ ਤੇ ਬੰਦਾ ਕਹਿੰਦਾ ਵਾਹਿਗੁਰੂ ਵਾਹਿਗੁਰੂ ਰਟਣ ਨਹੀਂ ਕਰਨਾ ਚਾਹੀਦਾ ਇੱਕੋ ਵਾਰੀ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੀ ਅਰਥ ਹੈ ਜਿਹੜੀ ਚੀਜ਼ ਰਟੀ ਜਾਵੇ ਉਹ ਜ਼ਿੰਦਗੀ ਭਰ ਭੁੱਲਦੀ ਨਹੀਂ ਆਖੋ ਸਤਨਾਮ ਵਾਹਿਗੁਰੂ ਜੀ ਬਚਪਨ ਦੇ ਵਿੱਚ ਜਿਹੜੇ ਬਜ਼ੁਰਗਾਂ ਨੇ ਭਾਵੇਂ 5 ਕਲਾਸਾਂ ਕੀਤੀਆਂ ਭਾਵੇਂ ਕੋਈ 4 ਕਲਾਸਾਂ ਪੜ੍ਹਿਆ ਪਰ ਉਹਨਾਂ ਨੇ ਪਹਾੜੇ ਰੱਟਾ ਲਾਏ ਹੋਏ ਉਹਨਾਂ ਤੋਂ ਅੱਜ 14 ਦਾ ਪਹਾੜਾ ਦੋਹਰਾ ਸੁਣ ਲਓ ਉਹਨਾਂ ਤੋਂ 13 ਦਾ ਪਹਾੜਾ ਦੋਹਰਾ ਸੁਣ ਲਓ ਪਰ ਪਿਆਰਿਓ ਅੱਜ ਦਾ ਪੜਿਆ ਐਮਏ ਸਾਤੋਂ ਸਾਤਾ 72 ਹੀ ਗਈ ਜਾਂਦਾ ਆਖੋ ਸਤਨਾਮ ਵਾਹਿਗੁਰੂ ਜੀ ਕਿਉਂਕਿ ਰੱਟਾ ਨਹੀਂ ਨਾ ਲੱਗਾ ਬਜ਼ੁਰਗਾਂ ਨੇ ਰੱਟੇ ਲਾਏ ਨੇ ਸਕੂਲਾਂ 'ਚ ਲਵਾਏ ਜਾਂਦੇ ਸੀ ਇੱਕ ਜਣਾ ਮੋਹਰੇ ਬੋਲਦਾ ਸੀ ਸਾਰੀ ਕਲਾਸ ਮਗਰ ਬੋਲਦੀ ਸੀ ਉਹ ਰੱਟੇ ਲੱਗੇ ਨੇ ਅੱਜ ਵੀ ਬਜ਼ੁਰਗਾਂ ਨੂੰ ਯਾਦ ਨੇ ਭਾਵੇਂ ਉਹ 4 ਜਾਂ 5 ਕਲਾਸਾਂ ਪੜ੍ਹੇ ਹੋਣ ਜਿਹੜੀ ਚੀਜ਼ ਦਾ ਰੱਟਾ ਲੱਗ ਜੇ ਉਹ ਚੀਜ਼ ਕਦੇ ਭੁੱਲਦੀ ਨਹੀਂ ਵਾਹਿਗੁਰੂ ਵਾਹਿਗੁਰੂ ਜਿੰਨਾ ਕਰ ਹੋਵੇ ਕਰਨਾ ਚਾਹੀਦਾ ਹੈ ਜਿੰਨਾ ਰਟੋਗੇ ਇਹ ਔਖੇ ਵੇਲੇ ਮੂੰਹ ਚੋਂ ਵੀ ਨਿਕਲੇਗਾ ਆਖੋ ਸਤਨਾਮ ਵਾਹਿਗੁਰੂ ਜੀ ਸ਼ੰਕਾ ਨਹੀਂ ਕਰਨਾ ਚਾਹੀਦਾ ਵਾਹਿਗੁਰੂ ਗੁਰੂ ਮੰਤਰ ਹੈ ਜਪ ਹਉਮੈ ਖੋਈ ਮਹਾਰਾਜ ਨੇ ਐਵੇਂ ਨਹੀਂ ਬਾਣੀ 'ਚ ਬਚਨ ਕੀਤਾ ਮਹਾਰਾਜ ਕਹਿੰਦੇ ਜਿੰਨਾ ਵਾਹਿਗੁਰੂ ਦਾ ਜਾਪ ਕਰੋਗੇ ਉਨੀ ਮਨ ਦੀ ਮੈਲ ਪਾਪ ਨਿੰਦਿਆ ਚੁਗਲੀ ਦੇ ਕੀਤੇ ਹੋਏ ਕਰਮ ਤੇਰੇ ਪਾਪ ਖਤਮ ਹੁੰਦੇ ਇਸ ਕਰਕੇ ਘਰਾਂ ਵਿੱਚ ਵੀ ਮੈਂ ਬੇਨਤੀ ਕਰਦਾ ਹਾਂ ਘਰ ਵਿੱਚ ਬੈਠ ਕੇ ਵੀ ਅੰਮ੍ਰਿਤ ਵੇਲੇ 5 ਮਿੰਟ ਤੋਂ ਸ਼ੁਰੂ ਕਰੋ ਹੌਲੀ ਹੌਲੀ ਵਧਾਓ
ਜਿਵੇਂ ਜਿਵੇਂ ਵਾਹਿਗੁਰੂ ਦਾ ਜਾਪ ਵਧੇਗਾ ਤਿਵੇਂ ਤਿਵੇਂ ਮਨ ਨਿਮਰਤਾ ਵਿੱਚ ਜਾਏਗਾ। ਜਿੰਨਾ ਨਿਮਰਤਾ 'ਚ ਜਾਓਗੇ ਪਰਮਾਤਮਾ ਸੰਸਾਰ ਵਿੱਚ ਉੱਚਾ ਚੱਕੇਗਾ। ਬੜੀ ਵਾਰ ਪ੍ਰਮਾਣ ਤੁਹਾਡੇ ਚਰਨਾਂ 'ਚ ਬੇਨਤੀ ਬਾਣੀ ਦਾ ਕੀਤਾ ਹੈ। ਮਹਾਰਾਜ ਕਹਿੰਦੇ ਆਪਸ ਕੋ ਜੋ ਜਾਣੈ ਨੀਚਾ, ਮਨ ਕਰਕੇ ਜਿਹੜਾ ਨੀਵਾਂ ਹੈ, ਜਿਹੜਾ ਹੰਕਾਰ ਦੇ ਸ਼ਬਦ ਨਹੀਂ ਬੋਲਦਾ, ਜਿਹਦੀ ਬੋਲੀ 'ਚ ਮਿਠਾਸ ਹੈ, ਜਿਹਦੀ ਬੋਲੀ ਦੇ ਵਿੱਚ ਨਿਮਰਤਾ ਹੈ, ਜਿਹਦੀ ਬੋਲੀ ਦੇ ਵਿੱਚ ਗੁਰੂ ਸਾਹਿਬ ਦਾ ਭੈ ਹੈ, ਉਹ ਬੰਦਾ ਕਦੇ ਦੁਨੀਆ 'ਚ ਮਾਰ ਨਹੀਂ ਖਾਊਗਾ। ਗੁਰੂ ਸਾਹਿਬ ਉਹਨੂੰ ਤਰੱਕੀ ਦੇਣਗੇ ਹੀ ਦੇਣਗੇ। ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਪਰਮਾਤਮਾ ਨੇ ਕਿਸੇ ਨੂੰ ਨੀਚ ਤੋਂ ਊਚ ਬਣਾਉਣ ਲੱਗਿਆਂ ਡਰਨਾ ਨਹੀਂ, ਪਰ ਕਦੋਂ ਜਦੋਂ ਤੁਹਾਨੂੰ ਉਹਦੇ ਨਾਮ ਤੇ ਭਰੋਸਾ ਹੋਏਗਾ। ਰਹੋ ਵਿਚਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਲਗਤੇ ਜਿਗਰ ਭਗਵਾਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਤੋਂ ਛੋਟੇ ਭਗਵਾਨ ਬਾਬਾ ਲਖਮੀ ਦਾਸ ਜੀ ਮਹਾਰਾਜ, ਲਖਮੀ ਚੰਦ ਜੀ ਵੀ ਲਿਖਿਆ ਜਾਂਦਾ ਹੈ ਨਾਮ ਮਹਾਰਾਜ ਜੀ ਦਾ। ਦੋ ਸੁਪੁੱਤਰ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਵਨ ਪਵਿੱਤਰ ਗ੍ਰਹਿ ਵਿਖੇ, ਪਾਵਨ ਧਰਤੀ ਸ਼੍ਰੀ ਸੁਲਤਾਨਪੁਰ ਲੋਧੀ ਸਾਹਿਬ ਜੀ ਦੀ। ਥੋੜਾ ਜਿਹਾ ਪਿੱਛੋਂ ਇਤਿਹਾਸ ਆਰੰਭ ਕਰਾਂਗਾ, ਕਿਉਂਕਿ ਪਹਿਲੇ ਦਿਨ ਦੇ ਦੀਵਾਨ ਵਿੱਚ ਆਪ ਜੀ ਸਜੇ ਹੋ, ਕੱਲ ਰਾਤਰੀ ਦਾ ਦੀਵਾਨ ਵੀ ਸਜੇਗਾ, ਪਰ ਪਰਸੋਂ ਦਿਨ ਵੇਲੇ ਭੋਗ ਤੋਂ ਉਪਰੰਤ ਵੀ। ਤੇ ਮੈਂ ਬੇਨਤੀ ਇਹ ਕਰਾਂਗਾ ਕਿ ਸੰਗਤ ਲੜੀਵਾਰ ਸੁਣੇ। ਅੱਜ ਆਰੰਭ ਕਰੀਏ, ਕੱਲ ਨੂੰ ਅਗਲਾ ਹਿੱਸਾ ਸੁਣੀਏ, ਉਹ ਤੋਂ ਅਗਲਾ ਪਰਸੋਂ ਨੂੰ ਸੁਣੀਏ। ਲੜੀਵਾਰ ਇਤਿਹਾਸ ਸੁਣੋਗੇ, ਜਿਵੇਂ ਘਰਾਂ 'ਚ ਨਾਟਕ ਨਹੀਂ ਦੇਖਦੇ ਤੁਸੀਂ, ਲੜੀਵਾਰ ਬੰਦੇ ਨੂੰ ਤਾਂ ਆਉਂਦੀ ਹੈ ਵੀ ਰੋਟੀ ਪਹਿਲਾਂ ਖਾ ਕੇ ਮੁਕਾ ਲਓ, ਕੰਮ ਖਰੇ ਕੀ ਹੋ ਜਾਣਾ ਹੈਗਾ। ਹਾਂ, ਸਤਨਾਮ ਵਾਹਿਗੁਰੂ ਜੀ। ਜਦੋਂ ਲੜੀਵਾਰ ਗੱਲ ਕਰੋਗੇ ਨਾ, ਫਿਰ ਸੰਗਤ ਦੇ ਅੰਦਰ ਇੱਕ ਉਤਸ਼ਾਹ ਹੁੰਦਾ ਹੈ ਵੀ ਕੱਲ ਇੱਥੇ ਤੱਕ ਸੁਣਿਆ ਸੀ, ਅੱਜ ਦੇਖਾਂਗੇ ਇਤਿਹਾਸ 'ਚ ਅੱਗੇ ਕੀ ਹੈ। ਤਾਂ ਮੈਂ ਆਰੰਭਤਾ ਕਰਾਂਗਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਦੇ ਵਿਆਹ ਤੋਂ, ਕਿਉਂਕਿ ਵਿਆਹ ਪੁਰਬ ਵੀ ਮਹਾਰਾਜ ਦਾ ਚੱਲ ਰਿਹਾ। ਗੁਰੂ ਸਾਹਿਬ ਜੀ ਦੇ ਵਿਆਹ ਦੇ ਦਿਹਾੜੇ ਵੀ ਚੱਲ ਰਹੇ ਨੇ। ਅਚਲ ਬਟਾਲਾ ਸਾਹਿਬ ਦੀ ਧਰਤੀ ਤੇ ਅੱਜ ਦੇ ਦਿਨਾਂ ਦੇ ਵਿੱਚ ਬਹੁਤ ਭਾਰਾ ਮੇਲਾ ਜੁੜਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਆਹ ਗੁਰਦੁਆਰਾ ਕੰਧ ਸਾਹਿਬ ਅਚਲ ਬਟਾਲੇ ਦੀ ਧਰਤੀ ਤੇ ਬੜਾ ਉਤਸ਼ਾਹ ਨਾਲ, ਬੜਾ ਭਰਮੀ ਸੰਗਤ ਨਾਲ ਮਨਾਇਆ ਜਾਂਦਾ ਹੈ। ਇਹ ਦਿਨ ਮਹਾਰਾਜ ਜੀ ਦੇ ਵਿਆਹ ਦੇ ਚੱਲ ਰਹੇ ਨੇ, ਤੇ ਇਹਨਾਂ ਦਿਨਾਂ ਦੇ ਵਿੱਚ ਹੀ ਧੰਨ ਭਗਵਾਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਵੀ ਨਾਲ ਆਇਆ ਹੈ। ਸ਼੍ਰੀ ਸੁਲਤਾਨਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਜੀਵਨ ਦਾ ਸਭ ਤੋਂ ਵੱਧ ਸਮਾਂ ਬਿਤਾਇਆ। ਜੇ ਕਿਤੇ ਟਿਕਾ ਕੀਤਾ ਬਹੁਤਾ ਚਿਰ ਤੇ ਸ਼੍ਰੀ ਸੁਲਤਾਨਪੁਰ ਲੋਧੀ ਸਾਹਿਬ ਦੀ ਧਰਤੀ ਤੇ, ਸ਼੍ਰੀ ਸੁਲਤਾਨਪੁਰ ਲੋਧੀ ਸਾਹਿਬ ਦੀ ਧਰਤੀ ਤੇ ਜਿੰਨਾ ਟਿਕਾ ਕੀਤਾ ਤੇ ਦਸਾਂ ਨੋਹਾਂ ਦੀ ਕਿਰਤ ਕੀਤੀ, ਮੋਦੀ ਖਾਨੇ ਨੌਕਰੀ ਕੀਤੀ। ਇਥੋਂ ਆਰੰਭ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਲੱਗਿਆ, ਜਦੋਂ ਸੱਚਾ ਸੌਦਾ ਵੀ ਕਰ ਲਿਆ, ਮਹਾਂਪੁਰਸ਼ਾਂ ਨੂੰ ਭੋਜਨ ਵੀ ਛਕਾਤਾ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਪਸ਼ੂ ਵੀ ਚਾਰੇ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੜ੍ਹਾਈ ਵੀ ਛੱਡ ਦਿੱਤੀ ਦੁਨਿਆਵੀ। ਇਹ ਪੰਡਤ ਨੇ ਕਹਿਤਾ ਸੀ ਹਰਦਿਆਲ ਨੇ, ਮੈਂ ਨਹੀਂ ਪੜ੍ਹਾ ਸਕਦਾ, ਕਿਉਂਕਿ ਇੱਕ ਓੰਕਾਰ ਦਾ ਉਪਦੇਸ਼ ਮਹਾਰਾਜ ਨੇ ਦਿੱਤਾ। ਉਹ ਤੋਂ ਅੱਗੇ ਮਹਾਰਾਜ ਨੂੰ ਪਸ਼ੂ ਚਾਰਨ ਦਾ ਕਿਹਾ। ਮਹਾਰਾਜ ਜੀ ਨੇ ਉੱਥੇ ਵੀ ਆਪਣੇ ਪ੍ਰੀਤਮ ਨਾਲ ਗੱਲਾਂ ਬਾਤਾਂ ਕੀਤੀਆਂ, ਤੇ ਪਸ਼ੂਆਂ ਦੀ ਸ਼ਿਕਾਇਤ ਲੋਕਾਂ ਨੇ ਰਾਜੇ ਪਾਸ ਕੀਤੀ। ਰਾਏ ਬੁਲਾਰ ਆ ਕੇ ਦਰਸ਼ਨ ਕਰਦਾ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸੱਪ ਛਾਂ ਕਰਕੇ ਸੇਵਾ ਕਰ ਰਿਹਾ। ਗੁਰੂ ਨਾਨਕ ਦੇਵ ਮਹਾਰਾਜ ਦੀ ਸੇਵਾ ਸੱਪ ਕਰ ਰਿਹਾ ਆਪਣੇ ਫਨ ਦੇ ਨਾਲ ਛਾਂ ਕਰਕੇ, ਕਿ ਮਹਾਰਾਜ ਦੇ ਚਿਹਰੇ ਨੂੰ ਧੁੱਪ ਆਉਂਦੀ ਹੈ, ਮਹਾਰਾਜ ਦੇ ਚਿਹਰੇ ਨੂੰ ਧੁੱਪ ਦਾ ਕੋਈ ਅਸਰ ਨਾ ਹੋਵੇ, ਇਸ ਕਰਕੇ ਸੱਪ ਨੇ ਛਾਂ ਕਰਕੇ ਮਹਾਰਾਜ ਜੀ ਦੇ ਚਿਹਰੇ ਦੇ ਉੱਤੇ ਸੇਵਾ ਨਿਭਾਈ। ਜਦੋਂ ਰਾਏ ਬੁਲਾਰ ਨੇ ਉਹ ਵੇਖਿਆ, ਰਾਏ ਬੁਲਾਰ ਨੇ ਵੇਖ ਕੇ ਸੱਚੇ ਪਾਤਸ਼ਾਹ ਜੀ ਨੂੰ ਸੱਪ ਨੇ ਜਦੋਂ ਛਾਂ ਕੀਤੀ, ਚਰਨ ਫੜੇ ਤੇ ਨਾਲ ਹੀ ਪਟਵਾਰੀ ਸਾਹਿਬ ਨੂੰ ਕਿਹਾ, ਕਲਿਆਣ ਚੰਦ ਮਹਿਤਾ ਜੀ ਨੂੰ, ਪਟਵਾਰੀ ਸਾਹਿਬ ਅੱਜ ਤੋਂ ਬਾਅਦ ਗੁਰੂ ਨਾਨਕ ਨੂੰ ਤੁਸੀਂ ਝਿੜਕਾ ਨਹੀਂ ਮਾਰਨਾ, ਅੱਜ ਤੋਂ ਬਾਅਦ ਗੁਰੂ ਨਾਨਕ ਦੇਵ ਮਹਾਰਾਜ ਨੂੰ ਤੁਸੀਂ ਕੋਈ ਮੰਦਾ ਸ਼ਬਦ ਨਹੀਂ ਬੋਲਣਾ, ਤੁਹਾਡੇ ਲਈ ਪੁੱਤ ਹੋਏਗਾ, ਪਰ ਉਹ ਕੋਈ ਆਮ ਇਨਸਾਨ ਨਹੀਂ ਹੈ, ਆਮ ਜੋਤ ਨਹੀਂ ਹੈ। ਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪਿਤਾ ਜੀ ਨੇ ਨਹੀਂ ਪਛਾਣੇ। ਜਦੋਂ ਪਿਤਾ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਨਹੀਂ ਪਛਾਣਿਆ, ਇਹ ਸੁਭਾਵਿਕ ਹੈ ਕਿ ਬਹੁਤ ਵਾਰ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਹੈ। ਤੇ ਪਿਆਰਿਓ, ਸੱਚੇ ਪਾਤਸ਼ਾਹ ਜੀ ਨੂੰ ਭੈਣ ਨੇ ਕਿਹਾ
ਜਦੋਂ ਸੱਚੇ ਸੌਦੇ ਲਈ 20 ਰੁਪਏ ਦਿੱਤੇ, 20 ਰੁਪਏ ਦਾ ਭੋਜਨ ਮਹਾਂਪੁਰਸ਼ਾਂ ਨੂੰ ਸੇਵਾ ਕੀਤੀ ਤੇ ਪਿਤਾ ਨੇ ਮੁਖ ਤੇ ਚਪੇੜ ਮਾਰੀ ਸੀ ਇਹ ਕਹਿ ਕੇ ਕਿ 20 ਰੁਪਏ ਖਰਾਬ ਕੀਤੇ ਆ। 20 ਰੁਪਏ ਤੁਸੀਂ ਖਰਾਬ ਕਰਕੇ ਆਏ ਹੋ। ਤੇ ਦੂਜੀ ਚਪੇੜ ਮਾਰਨ ਲੱਗਿਆ ਭੈਣ ਬੇਬੇ ਨਾਨਕੀ ਜੀ ਨੇ ਹੱਥ ਫੜ ਲਿਆ ਕਿ ਪਿਤਾ ਜੀ ਤੁਸੀਂ ਮੇਰੇ ਵੀਰ ਦੇ ਚਪੇੜ ਨਾ ਮਾਰੋ, ਤੁਸੀਂ ਮੇਰੇ ਵੀਰ ਦੀ ਪਛਾਣ ਨਹੀਂ ਕੀਤੀ, ਇਹ ਕੋਈ ਆਮ ਨਹੀਂ ਹੈ, ਇਹਨਾਂ ਦੇ ਚਪੇੜਾ ਨਾ ਮਾਰੋ। ਜੇ ਤੁਹਾਨੂੰ ਮੇਰੇ ਵੀਰ ਦਾ ਕੀਤਾ ਕੰਮ ਚੰਗਾ ਨਹੀਂ ਲੱਗਦਾ ਤੇ ਮੈਨੂੰ ਹੁਕਮ ਕਰੋ, ਮੈਂ ਵੀਰ ਨੂੰ ਲੈ ਕੇ ਆਪਣੇ ਪਿੰਡ ਸਹੁਰੇ ਪਿੰਡ ਸੁਲਤਾਨਪੁਰ ਲੋਧੀ ਸਾਹਿਬ ਦੀ ਧਰਤੀ ਤੇ ਜਾਵਾਂਗਾ। ਉਥੇ ਮੋਦੀਖਾਨੇ 'ਚ ਨੌਕਰੀ ਦਵਾ ਦੇਣਗੇ ਭਾਈਆ ਜੈ ਰਾਮ ਜੀ, ਬੀਬੀ ਨਾਨਕੀ ਜੀ ਦੇ ਪਤੀ, ਜਿਹੜੇ ਸੁਲਤਾਨਪੁਰ ਲੋਧੀ ਸਾਹਿਬ ਦੇ ਵਿੱਚ ਮਾਤਾ ਜੀ ਵਿਆਹੇ ਹੋਏ ਆ। ਮੋਦੀਖਾਨੇ 'ਚ ਨੌਕਰੀ ਕਰ ਲੈਣਗੇ, ਇਹਨਾਂ ਦਾ ਮਨ ਹੋਰ ਪਾਸੇ ਪੈ ਜਾਊ। ਤੇ ਪਿਤਾ ਸ਼੍ਰੀ ਕਲਿਆਣ ਚੰਦ ਮਹਿਤਾ ਜੀ ਨੇ ਇਹ ਹੁਕਮ ਕੀਤਾ ਕਿ ਇੱਥੇ ਕਿਸੇ ਕੰਮ 'ਚ ਇਹਦਾ ਮਨ ਨਹੀਂ, ਨਾ ਪੜ੍ਹਾਈ 'ਚ ਮਨ ਹੈ, ਨਾ ਘਰ ਦੇ ਕੰਮਾਂ 'ਚ ਮਨ ਹੈ, ਨਾ ਸੱਚਾ ਸੌਦਾ ਕਰ ਸਕਿਆ। ਲੈ ਜਾ ਸੁਲਤਾਨਪੁਰ ਲੋਧੀ ਸਾਹਿਬ ਦੀ ਧਰਤੀ ਤੇ, ਹੋ ਸਕਦਾ ਹੈ ਉੱਥੇ ਕਿਸੇ ਕੰਮ ਵਿੱਚ ਮਨ ਲੱਗੇ। ਲੈ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਮਾਤਾ ਬੀਬੀ ਨਾਨਕੀ ਜੀ ਸ਼੍ਰੀ ਸੁਲਤਾਨਪੁਰ ਲੋਧੀ ਸਾਹਿਬ ਜੀ ਦੀ ਪਾਵਨ ਧਰਤੀ ਤੇ ਆਏ। ਉੱਥੇ ਆ ਕੇ ਮੋਦੀਖਾਨੇ ਦੇ ਵਿੱਚ ਭਾਈਆ ਜੈ ਰਾਮ ਜੀ ਨੇ ਨੌਕਰੀ ਦਵਾਈ ਤੇ ਜਦੋਂ ਨੌਕਰੀ ਕੀਤੀ ਸੱਚੇ ਪਾਤਸ਼ਾਹ ਜੀ ਨੇ ਨੇਤਰ ਮੁੰਦੇ ਉਸ ਕਰਤਾਰ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਪ ਰੱਬ ਨੇ, ਗੁਰੂ ਨਾਨਕ ਦੇਵ ਪਾਤਸ਼ਾਹ ਆਪ ਅਕਾਲ ਪੁਰਖ ਦੀ ਜੋਤ ਨੇ, ਪਰ ਕਦੇ ਵੀ ਆਪਣੇ ਆਪ ਨੂੰ ਜਣਾਇਆ ਨਹੀਂ। ਤੁਸੀਂ ਜਿੰਨੀ ਵੀ ਬਾਣੀ ਪੜੋਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਮ ਤੋਂ ਬਾਅਦ ਬਹੁਤ ਨਿਮਰਤਾ ਵਾਲਾ ਸ਼ਬਦ ਆਉਂਦਾ ਹੈ ਹਰ ਇੱਕ ਥਾਂ। ਨਾਨਕ ਗਰੀਬ ਜਾਏਗਾ, ਨਾਨਕ ਵਿਚਾਰਾ ਜਾਊਗਾ, ਨਾਨਕ ਦਾਸ। ਕਿਤੇ ਵੀ ਮਾਣ ਵਾਲਾ ਸ਼ਬਦ ਨਹੀਂ, ਗਰੀਬੀ ਦੇ ਸ਼ਬਦ ਵਰਤੇ ਹੈ, ਬੇਨਤੀ ਦੇ ਸ਼ਬਦ ਵਰਤੇ ਹੈ। ਕਿਤੇ ਆਪਣੇ ਆਪ ਨੂੰ ਵੱਡਾ ਨਹੀਂ ਜਣਾਇਆ, ਆਪਣੇ ਆਪ ਨੂੰ ਵੱਡਾ ਨਹੀਂ ਮੰਨਿਆ ਵੀ ਦੁਨੀਆ 'ਚ ਮੈਂ ਬਹੁਤ ਵੱਡਾ ਹਾਂ, ਮੇਰੇ ਕੋਲ ਬੜੀ ਤਾਕਤ ਹੈ। ਕਦੇ ਨਹੀਂ ਕਹਿੰਦਾ ਹੁੰਦਾ ਕੋਈ ਜਿਹੜਾ ਅਸਲੀ ਹੋਵੇ। ਸਾਬਰੇ ਅੰਦਰ ਸਾਬਰੀ ਤਾਨੇ ਵੇ ਜਾ ਲੈਣ, ਹੋਣ ਨਜੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ, ਬਹੁਤਾ ਭੇਦ ਨਹੀਂ ਕਿਸੇ ਨੂੰ ਦੱਸ ਦੇ, ਵਸਦੇ ਜੋ ਕੋਲ ਰੱਬ ਦੇ, ਬਹੁਤਾ ਭੇਦ ਨਹੀਂ ਕਿਸੇ ਨੂੰ ਦੱਸ ਦੇ, ਵਸਦੇ ਜੋ ਕੋਲ ਰੱਬ ਦੇ, ਬਹੁਤਾ ਭੇਦ ਨਹੀਂ ਕਿਸੇ ਨੂੰ ਦੱਸ ਦੇ, ਵਸਦੇ ਜੋ ਕੋਲ ਰੱਬ ਦੇ, ਬਹੁਤਾ ਭੇਦ ਨਹੀਂ ਕਿਸੇ ਨੂੰ ਦੱਸ ਦੇ, ਵਸਦੇ ਜੋ ਕੋਲ ਰੱਬ ਦੇ, ਬਹੁਤਾ ਭੇਦ ਨਾ ਕਿਸੇ ਨੂੰ ਦੱਸ ਦੇ, ਵਸਦੇ ਜੋ ਕੋਲ ਰੱਬ ਦੇ, ਬਹੁਤਾ ਭੇਦ ਨਾ ਕਿਸੇ ਨੂੰ ਦੱਸ ਦੇ, ਵਸਦੇ ਜੋ ਕੋਲ ਰੱਬ ਦੇ, ਬਹੁਤਾ ਭੇਦ ਨਹੀਂ ਕਿਸੇ ਨੂੰ ਦੱਸ ਦੇ, ਵਸਦੇ ਜੋ ਕੋਲ ਰੱਬ ਦੇ, ਬਹੁਤਾ ਭੇਦ ਨਹੀਂ ਕਿਸੇ ਨੂੰ ਦੱਸ ਦੇ, ਵਸਦੇ ਜੋ ਕੋਲ ਰੱਬ ਦੇ, ਬਹੁਤਾ ਭੇਦ ਨਹੀਂ ਕਿਸੇ ਨੂੰ ਦੱਸ ਦੇ, ਵਸਦੇ ਜੋ ਕੋਲ ਰੱਬ ਦੇ, ਬਹੁਤਾ ਭੇਦ ਨਾ ਕਿਸੇ ਨੂੰ ਦੱਸ ਦੇ, ਵਸਦੇ ਜੋ ਕੋਲ ਰੱਬ ਦੇ, ਬਹੁਤਾ ਭੇਦ ਨਾ ਕਿਸੇ ਨੂੰ ਦੱਸ ਦੇ, ਵਸਦੇ ਜੋ ਕੋਲ ਰੱਬ ਦੇ, ਬਹੁਤਾ ਭੇਦ ਨਾ ਕਿਸੇ ਨੂੰ ਦੱਸ ਦੇ, ਵਸਦੇ ਜੋ ਕੋਲ ਰੱਬ ਦੇ, ਪਿਆਰੇ ਜੀ 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 ਵਸਦੇ ਜੋ ਕੋਲ ਰੱਬ ਦੇ, ਪਿਆਰੇ ਜੀ
ਵਸਦੇ ਜੋ ਕੋਲ ਰੱਬ ਦੇ ਪਿਆਰੇ ਜੀ ਵਸਦੇ ਜੋ ਕੋਲ ਰੱਬ ਦੇ ਬਾਣੀ ਕਹਿੰਦੀ ਵਸਦੇ ਜੋ ਕੋਲ ਰੱਬ ਦੇ ਪਿਆਰੇ ਜੀ ਵਸਦੇ ਜੋ ਕੋਲ ਰੱਬ ਦੇ ਬਾਣੀ ਕਹਿੰਦੀ ਵਸਦੇ ਜੋ ਕੋਲ ਰੱਬ ਦੇ ਪਿਆਰੇ ਜੀ ਵਸਦੇ ਜੋ ਕੋਲ ਰੱਬ ਦੇ ਬਾਣੀ ਕਹਿੰਦੀ ਵਸਦੇ ਜੋ ਕੋਲ ਰੱਬ ਦੇ ਪਿਆਰੇ ਜੀ ਵਸਦੇ ਜੋ ਕੋਲ ਰੱਬ ਦੇ ਉਹਦਾ ਭੇਤ ਨਹੀਂ ਕਿਸੇ ਨੂੰ ਦੱਸਦੇ ਵਸਦੇ ਜੋ ਕੋਲ ਰੱਬ ਦੇ ਉਹਦਾ ਭੇਤ ਨਹੀਂ ਕਿਸੇ ਨੂੰ ਦੱਸਦੇ ਵਸਦੇ ਜੋ ਕੋਲ ਰੱਬ ਦੇ ਉਹਦਾ ਭੇਦ ਨਾ ਕਿਸੇ ਨੂੰ ਦੱਸਦੇ ਵਸਦੇ ਜੋ ਕੋਲ ਰੱਬ ਦੇ ਉਹ ਬਹੁਤਾ ਭੇਦ ਨਾ ਕਿਸੇ ਨੂੰ ਦੱਸਦੇ ਵਸਦੇ ਜੋ ਕੋਲ ਰੱਬ ਦੇ ਜੀ ਸਬਰ ਅੰਦਰ ਸਬਰੀ ਤਨੇ ਜਾਲੇਣਾ ਹੁਣ ਜੀ ਤੂੰ ਖੁਦਾਏ ਦੇ ਭੇਦ ਨਾ ਕਿਸੇ ਦੇਣਾ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਨਹੀਂ ਦੁਨੀਆ ਨੂੰ ਦੱਸਦੇ ਸਾਡੇ ਕੋਲ ਪਾਵਰ ਕਿੰਨੀ ਹੈ, ਅਸੀਂ ਕੌਣ ਆ। ਇਹ ਉਹਨਾਂ ਦਾ ਸੁਭਾਅ ਨਹੀਂ ਹੁੰਦਾ ਜਿਹੜੇ ਅੰਦਰੋਂ ਭਰੇ ਪਏ ਹੁੰਦੇ ਨੇ ਪ੍ਰਮਾਤਮਾ ਦੀ ਦਇਆ ਨਾਲ। ਖਾਲੀ ਘੜਾ ਵੱਜਦਾ ਭਰਿਆ ਕਦੇ ਆਵਾਜ਼ ਨਹੀਂ ਦਿੰਦਾ। ਤੇ ਪਿਆਰਿਓ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ 13 ਕਰਕੇ ਤੋਲਦੇ ਆ, ਜਿਹੜਾ ਕੋਈ ਗਰੀਬ ਮੋਤੀ ਖਾਨੇ ਦੇ ਵਿੱਚੋਂ ਲੈਣ ਆਉਂਦਾ ਰਸਦ ਉਹਨੂੰ 13 ਕਹਿ ਕੇ ਵੱਧ ਤੋਲਦੇ ਨੇ। ਇੱਥੇ ਸ਼ਬਦ 13 ਨਹੀਂ ਹੈ। ਅਸੀਂ ਕਈ ਵਾਰੀ ਕਹਿੰਦੇ ਨਾ ਗੱਡੀ ਦਾ ਨੰਬਰ 13 ਲੈ ਲਓ, ਕਿਉਂ ਜੀ? ਕਹਿੰਦੇ ਬਾਬੇ ਨਾਨਕ ਦਾ ਹੈ। ਬਾਬਾ ਨਾਨਕ ਗਿਣਤੀਆਂ 'ਚ ਕਦੋਂ ਦਾ ਆ ਗਿਆ ਜੀ? ਆਖੋ ਸਤਨਾਮ ਵਾਹਿਗੁਰੂ ਜੀ। 13 ਤੇ ਕਿਹਾ ਹੀ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਨੇ 13 ਸ਼ਬਦ ਬੋਲਿਆ ਸੀ। ਕਬੀਰ ਸਾਹਿਬ ਦਾ ਵਚਨ ਆਉਂਦਾ ਨਾ, ਕਬੀਰ ਮੇਰਾ ਮੁਝਮੇ ਪਿਛਲੇ ਜੋ ਕਿਛ ਹੈ ਸੋ ਤੇਰਾ 13 ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਇੱਥੇ ਤਾਂ ਤੇਰੇ ਦੀ ਗੱਲ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪ੍ਰਮਾਤਮਾ ਜਿਹੜਾ ਰਾਸ਼ਨ ਇਸ ਗੋਦਾਮ ਦੇ ਅੰਦਰ ਹੈ ਉਹ ਵੀ ਤੇਰਾ, ਵਰਤਾਉਣ ਵਾਲਾ ਵੀ ਤੇਰਾ, ਜਿਹੜੇ ਲੈ ਕੇ ਜਾਣਗੇ ਉਹ ਵੀ ਤੇਰੇ। ਆਖੋ ਸਤਨਾਮ ਵਾਹਿਗੁਰੂ ਜੀ। ਇਹ ਤੇਰਾ ਹੀ ਤਾਂ ਹੈ। ਨਾ ਮੈਂ ਤੋਲਣ ਵਾਲਾ ਕੁਛ ਲੱਗਦਾ, ਨਾ ਜਿਹਦਾ ਭੰਡਾਰਾ ਭਰਿਆ ਉਹ ਕੁਛ ਲੱਗਦਾ। ਤੂੰ ਚਾਹਵੇਂ ਤਾਂ ਦੇਵੇਂ, ਤੂੰ ਨਾ ਚਾਹਵੇਂ ਨਾ ਦੇਵੇਂ, ਤਾਂ ਤੇਰੇ ਹੱਥ 'ਚ ਹੈ। ਇਹ ਤਾਂ ਤੇਰੇ ਹੱਥ 'ਚ ਹੈ ਨਾ। ਬੰਦਾ ਐਵੇਂ ਜ਼ੋਰ ਲਾਈ ਜਾਵੇ ਮੈਂ ਕਰ ਰਿਹਾ, ਤੂੰ ਕਿੱਥੇ ਕਰ ਰਿਹਾ ਵੇ? ਤੂੰ ਤਾਂ ਮੰਜੇ ਤੋਂ ਉੱਠ ਕੇ ਪੈਰ ਨਹੀਂ ਪੱਟ ਸਕਦਾ ਜੇ ਰੱਬ ਨਾ ਚਾਹਵੇ। ਤੇਰੇ ਅੰਦਰ ਮੋਹਰੇ ਪ੍ਰਸ਼ਾਦਾ ਪਰੋਸਿਆ ਬੁਰਕੀ ਅੰਦਰ ਨਹੀਂ ਜਾ ਸਕਦੀ ਜੇ ਰੱਬ ਨਾ ਚਾਹਵੇ। ਤੂੰ ਕਹਿੰਦਾ ਮੈਂ ਕਰ ਰਿਹਾ, ਮੈਂ ਕਰ ਦਿਆਂਗਾ। ਇਹ ਭੁਲੇਖੇ ਨੇ। ਤੇਰੇ ਤੋਂ ਪ੍ਰਮਾਤਮਾ ਕਰਵਾ ਰਿਹਾ, ਤੂੰ ਕਰ ਨਹੀਂ ਸਕਦਾ ਕੁਝ। ਉਹ ਤੇਰੇ ਅੰਦਰ ਵਸਦਾ ਹੈ। ਬੜੇ ਪਿਆਰ ਨਾਲ ਮਹਾਂਪੁਰਸ਼ ਪੜ੍ਹਦੇ ਸਨ। ਆਓ ਬੰਦਾ ਬਾਹਰ ਲੱਭਦਾ ਫਿਰਦਾ, ਬੰਦਾ ਟੱਕਰਾਂ ਮਾਰਦਾ ਫਿਰਦਾ ਵੀ ਇੱਥੋਂ ਮਿਲ ਜਾਏ ਉੱਥੋਂ ਮਿਲ ਜਾਏ, ਪਰ ਬਾਬਾ ਮਹਾਂਪੁਰਸ਼ਾਂ ਨੇ ਵਚਨ ਪੜ੍ਹਨਾ, ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਹੈ। ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਤੇਰੇ ਅੰਦਰ ਵਸਦਾ ਹੈ। ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਹੈ। ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਹੈ। ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਹੈ। ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਹੈ। ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ। ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਤੇਰੇ ਅੰਦਰ ਵਸਦਾ ਹੈ। ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਹੈ। ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਹੈ। ਜਿਹਦੀਆਂ
ਜਿਦੀਆਂ ਬਾਰ ਤਲਾਸ਼ਾਂ ਕਰਦਾ ਤੇਰੇ ਅੰਦਰ ਵਸਦਾ ਜਿਦੀਆਂ ਬਾਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਉਸੇ ਵਸਦਾ ਤੇਰੇ ਅੰਦਰ, ਉਸੇ ਵਸਦਾ ਤੇਰੇ ਅੰਦਰ, ਉਤੇ ਵਸਦਾ ਤੇਰੇ ਅੰਦਰ ਉਤੇ ਵਸਦਾ ਤੇਰੇ ਅੰਦਰ ਉਤੇ ਵਸਦਾ ਤੇਰੇ ਅੰਦਰ ਉਤੇ ਵਸਦਾ ਤੇਰੇ ਅੰਦਰ ਉਸੇ ਵਸਦਾ ਤੇਰੇ ਅੰਦਰ, ਉਸੇ ਵਸਦਾ ਤੇਰੇ ਅੰਦਰ, ਉਤੇ ਵਸਦਾ ਤੇਰੇ ਅੰਦਰ ਉਤੇ ਵਸਦਾ ਤੇਰੇ ਅੰਦਰ ਉਤੇ ਵਸਦਾ ਤੇਰੇ ਅੰਦਰ ਉਤੇ ਵਸਦਾ ਤੇਰੇ ਅੰਦਰ ਉਸੇ ਵਸਦਾ ਤੇਰੇ ਅੰਦਰ, ਤੈਨੂੰ ਭੇਦ ਨਾ ਦੱਸਦਾ ਹੈ। ਉਹ ਵਸਦਾ ਤੇਰੇ ਅੰਦਰ, ਪਰ ਤੈਨੂੰ ਭੇਦ ਨਾ ਦੱਸਦਾ ਹੈ। ਉਤੇ ਵਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨ ਦੱਸਦਾ ਉਤੇ ਵਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨ ਦੱਸਦਾ ਉਤੇ ਵਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨ ਦੱਸਦਾ ਉਤੇ ਵਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨ ਦੱਸਦਾ ਜਿਹਦੀਆਂ ਮਾਰ ਤਲਾਸ਼ਾਂ ਕਰਦਾ ਤੇਰੇ ਅੰਦਰ ਵਸਦਾ ਹੈ। ਬਾਹਰ ਤਲਾਸ਼ਾਂ ਕਰਦਾ ਤੇਰੇ ਅੰਦਰ ਵਸਦਾ ਹੈ। ਜਿਹਦੀਆਂ ਬਾਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ 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 ਹੈ ਹਾਂਜੀ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਹਾਂਜੀ ਉਹ ਤੇਰੇ ਨਾਲ ਹੈ। ਗੁਰਮਤਿ ਰੰਗ ਮਾਣ ਮਹਾਰਾਜ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀਉ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਤੇ ਹਰ ਵੇਲੇ ਤੇਰੇ ਨਾਲ ਹੈ। ਤੂੰ ਰੰਗਾਂ ਵਿੱਚ ਰਾਜੀ ਰਹਿ। ਉਹ ਤੇਰੇ ਤੋਂ ਪਾਸੇ ਨਹੀਂ, ਤੂੰ ਉਹਦੇ ਤੋਂ ਪਾਸੇ ਨਹੀਂ। ਤੇਰੇ ਅੰਦਰ ਭਰਮ ਹੈ ਵੀ ਰੱਬ ਕੀ ਹੁੰਦਾ ਹੈ। ਕਈ ਕਹਿੰਦੇ ਨਹੀਂ ਬਹੁਤੇ ਪੜ੍ਹੇ ਲਿਖੇ ਵੀਰ ਭਰਾ ਦਿਖਾਓ ਜੇ ਰੱਬ ਹੈ ਕਿਦਾਂ ਦਾ ਹੁੰਦਾ ਹੈ। ਮੋਢਿਓਂ ਫੜ ਕੇ ਹਿਲਾਇਆ ਕਰੋ ਵੀ ਜਿੱਦਣ ਉਹ ਨਾ ਹੋਇਆ ਚਾਰ ਜਾਣੇ ਪਾ ਕੇ ਫੱਟੇ ਤੇ ਲੈ ਜਾਣਗੇ। ਆਖੋ ਸਤਨਾਮ ਵਾਹਿਗੁਰੂ ਜੀ ਉਹ ਹੈ ਕਰਕੇ ਤੁਰਿਆ ਫਿਰਦਾ ਤੂੰ। ਜਿੱਦਣ ਉਹ ਹੋਇਆ ਹੀ ਨਾ ਤੂੰ ਉੱਠ ਕੇ ਕਿਤੇ ਪਾਣੀ ਪੀ ਲੈਂਗਾ। ਤੇਰਾ ਤਾਂ ਚਮਚਾ ਪਾਇਆ ਪਾਣੀ ਦਾ ਬਾਹਰ ਆ ਜਾਣਾ ਜੇ ਉਹ ਵਿੱਚ ਨਾ ਹੋਇਆ। ਉਹ ਹੈ ਕਰਕੇ ਤੂੰ ਤੁਰਿਆ ਫਿਰਦਾ ਹੈ। ਉਹ ਹੈ ਕਰਕੇ ਤੂੰ ਸ਼ੱਕਦਾ ਸ਼ਿਕਾਉਣਾ ਹੈ। ਉਹ ਹੈ ਕਰਕੇ ਤੇਰੀ ਵਡਿਆਈ ਦੁਨੀਆ 'ਚ ਹੈ। ਜਿੱਦਣ ਉਹ ਨਾ ਹੋਇਆ ਤੈਨੂੰ ਉਸੇ ਘਰ 'ਚ ਰਾਤ ਨਹੀਂ ਰੱਖਣਾ ਜਿਸ ਘਰ 'ਚ 70 ਸਾਲ ਤੂੰ ਕਮਾਈ ਕਰਕੇ ਦਿੱਤੀ ਹੈ। ਬੰਦਾ ਕਹਿੰਦਾ ਰੱਬ ਕਿੱਦਾਂ ਦਾ ਹੁੰਦਾ ਹੈ। ਜਿੱਦਣ ਰੱਬ ਵਿੱਚ ਨਾ ਹੋਇਆ ਕੀੜੇ ਪੈਣੇ ਸ਼ੁਰੂ ਹੋ ਜਾਣੇ ਸਰੀਰ 'ਚ। ਜਿੱਦਣ ਰੱਬ ਵਿੱਚ ਨਾ ਹੋਇਆ ਇਹਨ ਕਾਲਾ ਨੀਲਾ ਹੋਣਾ ਸ਼ੁਰੂ ਹੋ ਜਾਣਾ। ਤੂੰ ਪੁੱਛਦਾ ਰੱਬ ਕਿੱਥੇ ਹੈ। ਉਹ ਹੈ ਕਰਕੇ ਤੇਰੇ ਮੂੰਹ ਦੇ ਉੱਤੇ ਨੂਰ ਹੈ। ਉਹ ਹੈ ਕਰਕੇ ਲੋਕ ਤੇਰੀ ਕਦਰ ਕਰਦੇ ਐ। ਜਿੱਦਣ ਉਹ ਨਾ ਹੋਇਆ ਤੈਨੂੰ ਕਿਸੇ ਨੇ ਨਹੀਂ ਉਹ ਦੂਰ ਫੱਟੇ ਤੇ ਪਿਆ ਰਹਿਣਾ। ਕਹੋ ਵੀ ਉਦਣ ਵੀ ਇੰਨਾ ਸਤਿਕਾਰ ਹੋਏਗਾ। ਘਰ ਦੇ ਸਿਵਿਆਂ ਚੋਂ ਮੁੜ ਕੇ ਆ ਜਾਣਗੇ ਡੱਖਾ ਸੁੱਟ ਕੇ ਵੀ ਤੂੰ ਅੱਗੇ ਨੂੰ ਚੱਲ ਮੈਂ ਇੱਥੇ ਠੀਕ ਹਾਂ। ਆਖੋ ਸਤਨਾਮ ਵਾਹਿਗੁਰੂ ਜੀ ਕੋਈ ਮਰਦਾ ਨਾਲ ਭਾਵੇਂ ਜਿੰਨਾ ਮਰਜ਼ੀ ਪਿਆਰ ਕਰਦਾ ਹੋਵੇ। ਕਿੰਨਿਆਂ ਲਈ ਤੂੰ ਪਾਪ ਕੀਤੇ, ਕਿੰਨੇ ਤੇਰੇ ਲਈ ਪਾਪ ਕਰਦੇ ਐ। ਕੋਈ ਮਰਦਾ ਨਾਲ ਤੁਹਾਡੇ ਦਾ ਸਾਡੇ। ਕਦੇ ਕਰੋ ਵਿਚਾਰ ਮੰਜੇ ਤੇ ਪੈ ਕੇ ਸੌਣ ਲੱਗਿਆ ਕਿ ਜਿੱਦਣ ਜੰਮੇ ਸੀ ਉਦਣ ਨੰਗੇ ਆਏ ਸੀ ਤੇ ਕੱਪੜੇ ਕਿਸੇ ਨੇ ਪਾਏ ਸੀ, ਨੜਾਇਆ ਕਿਸੇ ਨੇ ਸੀ। ਜਿੱਦਣ ਮਰ ਜਾਣਾ ਕਿਸੇ ਨੇ ਨੜਾਉਣਾ, ਕਿਸੇ ਨੇ ਕੱਪੜੇ ਪਾਉਣੇ ਐ। ਵਿੱਚ ਵਿਚਾਲੀ ਡੰਗ ਚੱਕੀ ਫਿਰਦਾ ਵੀ ਸਭ ਕੁਝ ਮੇਰਾ ਹੀ ਹੈ। ਕਿਹੜੀ ਚੀਜ਼ ਤੇ ਮਾਣ ਕਰਦਾ ਫਿਰਦਾ? ਤੈਨੂੰ ਤੁਰਨਾ ਕਿਸੇ ਨੇ ਸਿਖਾਇਆ, ਤੈਨੂੰ ਬੋਲਣਾ ਵੀ ਕਿਸੇ ਨੇ ਸਿਖਾਇਆ, ਤੈਨੂੰ ਪੜ੍ਹਨਾ ਵੀ ਕਿਸੇ ਨੇ ਸਿਖਾਇਆ, ਤੈਨੂੰ ਲਿਖਣਾ ਵੀ ਕਿਸੇ ਨੇ ਸਿਖਾਇਆ। ਤੂੰ ਕੀਤਾ ਕੀ ਹੈ? ਮਾਣ ਕਿਹੜੀ ਗੱਲ ਦਾ ਕਦੇ ਸੋਚੋ ਤਾਂ ਸਹੀ ਬਹਿ ਕੇ। ਫੁਨਕਾਰੇ ਕਿਹੜੀ ਗੱਲ ਦੇ ਮਾਰਦਾ ਫਿਰਦਾ ਤੂੰ? ਇੱਕ ਸਕਿੰਟ ਦੇ ਵਿੱਚ ਜੇ ਰੱਬ ਚਾਹਵੇ ਨਾ ਸਿਰ ਕੰਪਿਓ ਪੱਗ ਡਗਮਗੇ ਨੈਣ ਜੋਤ ਤੇ ਇੱਕ ਦਿਨ ਆ ਜਾਣਾ ਜਿਹੜਾ ਸਰੀਰ ਅੱਜ ਬੜਕਾ ਮਾਰਦਾ ਫਿਰਦਾ ਇਹਨੂੰ ਸੋਟੀ ਲੱਭਣੀ ਤੁਰਨ ਵਾਸਤੇ। ਇਹਨੂੰ ਤੁਰਨਾ ਵੀ ਨਹੀਂ ਆਸਰੇ ਤੋਂ ਬਿਨਾ। ਵੀਲ ਚੇਅਰਾਂ ਤੇ ਬਹਿਣਾ ਪੈ ਜਾਂਦਾ। ਇਹ ਸਰੀਰ ਕਿਤੇ ਸਦਾ ਇਦਾਂ ਦਾ ਰਹੂਗਾ ਜਿੱਦਾਂ ਦਾ ਅੱਜ ਹੈ?
ਵੱਡੇ ਵੱਡੇ ਪਹਿਲਵਾਨ ਦੁਨੀਆ ਦੇ ਜਿਨ੍ਹਾਂ ਨੂੰ ਕੋਈ ਨਹੀਂ ਢਾ ਸਕਿਆ, ਪਰ ਸਮਾਂ ਇੰਨਾ ਬਲਵਾਨ ਹੈ ਪਹਿਲਵਾਨਾਂ ਨੂੰ ਵੀ ਢਾ ਲੈਂਦਾ ਹੈ। ਇਹ ਟਲਦਾ ਨਹੀਂ, ਜਿਹਦੇ ਤੇ ਆਊਗਾ ਉਹਦੇ ਤੇ ਆ ਹੀ ਜਾਣਾ। ਕਿਸੇ ਦਾ ਪੱਕਾ ਕੀਲਾ ਨਹੀਂ ਕੱਢਿਆ, ਕਿਸੇ ਦੀ ਪੱਕੀ ਇੱਟ ਨਹੀਂ ਲੱਗੀ। ਮਹਾਰਾਜ ਬਾਣੀ ਚ ਕਹਿੰਦੇ ਨੇ, ਦੋ ਜਣਿਆਂ ਦਾ ਨਾਮ ਦੁਨੀਆ ਤੇ ਸਦਾ ਵਾਸਤੇ ਰਹਿੰਦਾ ਹੈ। ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਤੇ ਸਾਧੂ ਉਹ ਹੁੰਦਾ ਜਿਹੜਾ ਸਾਧਨਾ ਕਰੇ। ਮੈਂ ਇੱਕ ਮਿੰਟ ਤੁਹਾਡਾ ਹੋਰ ਲੈ ਰਿਹਾ ਇੱਧਰ ਨੂੰ। ਸਾਧੂ ਕੌਣ ਹੈ? 9 ਦੁਆਰੇ ਸਾਧ ਕੇ ਸਾਧ ਕਹਾਇਆ। ਕੱਪੜੇ ਦਾ ਨਾਂ ਸੰਤ ਨਹੀਂ ਹੈ, ਬਾਣੀ ਕਹਿ ਰਹੀ ਹੈ। ਸਾਧੂ ਕੌਣ ਹੈ? ਜਿਹਨੇ ਆਪਣੇ ਆਪ ਨੂੰ ਸਾਧ ਲਿਆ, 9 ਦੁਆਰਿਆਂ ਨੂੰ ਸਾਧ ਲਿਆ। ਤੀਜੇ ਪਾਤਸ਼ਾਹ ਕਹਿੰਦੇ ਆ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਚ, ਮਹਾਰਾਜ ਕਹਿੰਦੇ ਨੇ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਹੁਣ ਪਤਾ ਹੈ ਸਰੀਰ ਦੇ 9 ਦੁਆਰੇ ਪ੍ਰਗਟ ਕਿਹੜੇ? 2 ਅੱਖਾਂ ਨੇ, 2 ਕੰਨ ਨੇ, 4 ਹੋ ਗਏ, 2 ਨੱਕ, 6 ਇੱਕ ਮੂੰਹ, 7 ਤੇ ਤੁਹਾਡੇ ਸਰੀਰ ਦੀ ਤੁਸੀਂ ਕਿਰਿਆ ਕਰਦੇ ਹੋ 9। ਤੇ ਮਹਾਰਾਜ ਕਹਿੰਦੇ ਜਿਹੜੇ 9 ਦੁਆਰੇ ਪ੍ਰਗਟ ਨੇ, 9ਾਂ ਚੋਂ ਗੰਧ ਵਗਦਾ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਇਹ 9ਾਂ ਚੋਂ ਗੰਧ ਨਹੀਂ ਵਗਦਾ। ਅੱਖਾਂ ਚੋਂ ਗੰਧ, ਕੰਨਾਂ ਚੋਂ ਗੰਧ, ਨੱਕ ਚੋਂ ਗੰਧ, ਕਈ ਵਾਰ ਮੂੰਹ ਚੋਂ ਗੰਧ। ਜੇ ਉਦਾਂ ਨਾ ਗੰਧ ਬਿਮਾਰੀ ਨਾਲ ਆਵੇ ਤੇ ਨਿੰਦਿਆ ਕਰ ਕਰ ਗੰਧ ਪਾਈ ਜਾਂਦਾ। ਉਹ ਨਿੰਦਿਆ ਵੀ ਗੰਧ ਹੈ। ਤੇ ਤੁਹਾਡੇ ਸਰੀਰ ਦੀ ਕਿਰਿਆ 9 ਦੁਆਰਿਆਂ ਚੋਂ ਤੇ ਗੰਧ ਵਗਦਾ ਹੈ। ਤੇ ਸੋਹਣਾ ਕਿੱਥੇ ਮੰਨਦਾ ਹੈ ਆਪਣੇ ਆਪ ਨੂੰ? ਤੂੰ ਬਹੁਤ ਸੋਹਣਾ, ਉੱਪਰਲਾ ਪੋਚਾ ਹੀ ਸੋਹਣਾ ਹੈ। ਮਹਾਰਾਜ ਕਹਿੰਦੇ ਅੰਦਰ ਸੋਹਣਾ ਨਹੀਂ ਹੈ। ਕਿਸੇ ਦਾ ਆਪਰੇਸ਼ਨ ਹੁੰਦਾ ਦੇਖ ਲਓ, ਰੋਟੀ ਸਵਾਦ ਨਹੀਂ ਲੱਗਦੀ ਸ਼ਾਮ ਨੂੰ ਤੁਹਾਨੂੰ ਘਰ ਆ ਕੇ। ਰਸਤੇ 'ਚ ਤੁਸੀਂ ਗੱਡੀਆਂ 'ਚ ਸਫ਼ਰ ਕਰਦੇ ਹੋ, ਕੋਈ ਪਸ਼ੂ ਮਰਿਆ ਪਿਆ ਹੋਵੇ, ਕੋਈ ਕੁੱਤਾ ਮਰਿਆ ਪਿਆ ਹੋਵੇ, ਗੱਡੀ ਥੱਲੇ ਆ ਕੇ ਤੁਸੀਂ ਮੂੰਹ ਦੂਜੇ ਪਾਸੇ ਨੂੰ ਕਰਕੇ ਲੰਘ ਜਾਂਦੇ ਹੋ, ਦੇਖਣ ਨੂੰ ਜੀ ਨਹੀਂ ਕਰਦਾ। ਇਹੀ ਗੰਦਗੀ ਸਾਡੇ ਅੰਦਰ। ਹੰਕਾਰ ਕਿਹੜੀ ਗੱਲ ਦਾ ਹੈ? ਇਹ ਬੈਠ ਕੇ ਕਈ ਵਾਰੀ ਮਹਾਂਪੁਰਸ਼ਾਂ ਨਾਲ ਅਸੀਂ ਵਿਚਾਰਾਂ ਕਰਦੇ ਆਂ ਵੀ ਬੰਦਾ ਹੰਕਾਰ ਪਤਾ ਨਹੀਂ ਕਿਹੜੀ ਗੱਲ ਦਾ ਚੱਕੀ ਫਿਰਦਾ। ਇਹ ਨਹੀਂ ਪਤਾ ਵੀ ਰਾਤ ਨੂੰ ਸੁੱਤਿਆਂ ਨੇ ਸਵੇਰ ਨੂੰ ਉੱਠਣਾ ਕਿ ਨਹੀਂ। ਮਹਾਰਾਜ ਨੇ ਸੋਹਲਾ ਸਾਹਿਬ ਜੀ ਦੀ ਪਾਵਨ ਬਾਣੀ ਤਾਂ ਹੀ ਤਾਂ ਸਿੱਖ ਨੂੰ ਦਿੱਤੀ ਹੈ ਵੀ ਆਪਣਾ ਸੋਹਲਾ ਆਪ ਪੜ੍ਹ ਕੇ ਸੌਂ ਜਿਆ ਕਰ। ਜੇ ਸੁੱਤਾ ਪਿਆ ਮਰ ਵੀ ਜਾਏਗਾ, ਚੰਗੀ ਥਾਂ ਚਲ ਜਾਏਗਾ। ਚਿਖਾ ਤੋਂ ਬਾਅਦ ਪੜਿਆ ਜਾਂਦਾ ਨਾ ਜਦੋਂ ਲਾਂਬੂ ਲੱਗਦਾ ਸਿਵਿਆਂ 'ਚ ਬਹਿ ਕੇ। ਇਸ ਕਰਕੇ ਮੈਂ ਬੇਨਤੀ ਇਹ ਤੁਹਾਡੇ ਚਰਨਾਂ 'ਚ ਕਰਦਾ, ਕਦੇ ਆਪਣੀ ਜ਼ਿੰਦਗੀ 'ਚ ਕਿੱਡੇ ਮਰਜ਼ੀ ਮਰਾਤਬੇ ਤੱਕ ਪਹੁੰਚੀਏ, ਭਾਵੇਂ ਸਾਧੂ ਲੈਣ 'ਚ, ਭਾਵੇਂ ਦੁਨਿਆਵੀ ਲੈਣ 'ਚ, ਪਰ ਆਪਣੀ ਤਰੱਕੀ ਦਾ ਕਦੇ ਬੰਦਾ ਮਾਣ ਨਾ ਕਰੇ। ਗੁਰੂ ਘਰ ਦੇ ਵਿੱਚ ਮਾਣ ਕੀਤਾ ਨਹੀਂ, ਪਰਚਾ ਪਿਆ ਨਹੀਂ। ਮਾਣ ਕੀਤਾ ਨਹੀਂ, ਪਰਖ ਹੋਈ ਨਹੀਂ। ਜੋਗਾ ਸਿੰਘ ਜੀ ਨੇ ਮਾਣ ਕੀਤਾ ਸੀ ਕਿ ਮੇਰੇ ਵਰਗਾ ਸਿੱਖ ਨਹੀਂ ਜਿਹੜਾ ਆਪਣੇ ਆਨੰਦ ਕਾਰਜ ਵਿੱਚੇ ਛੱਡ ਕੇ ਤੇ ਗੁਰੂ ਦਾ ਹੁਕਮ ਮੰਨ ਕੇ ਤੁਰ ਪਿਆ। ਹੁਸ਼ਿਆਰਪੁਰ ਨਹੀਂ ਟੱਪਣ ਦਿੱਤਾ, ਉੱਥੇ ਪਰਚਾ ਪੈ ਗਿਆ, ਪੇਸ਼ਵਾ ਦੇ ਚਵਾਰੇ ਚੜਨ ਲੱਗਿਆ ਸੀ। ਆਖੋ ਸਤਨਾਮ ਵਾਹਿਗੁਰੂ ਜੀ। ਕਦੇ ਮਾਣ ਨਹੀਂ ਕਰਨਾ ਜ਼ਿੰਦਗੀ 'ਚ ਸੇਵਾ ਕਰਕੇ ਵੀ, ਕਦੇ ਮਾਣ ਨਹੀਂ ਕਰਨਾ ਜ਼ਿੰਦਗੀ 'ਚ ਕੋਈ ਕਾਰਜ ਕਰਕੇ, ਨਹੀਂ ਤੇ ਜਦੇ ਪਰਖ ਪੈ ਜਾਏਗੀ, ਜਦੇ ਪਰਚਾ ਪੈ ਜਾਏਗਾ। ਆਓ ਆਪਣੀ ਵਿਚਾਰ ਤੇ ਮੁੜ ਕੇ ਬੇਨਤੀ ਕਰਾਂ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਮੋਦੀ ਖਾਨੇ 'ਚ 13 ਕਰਕੇ ਤੋਲਦੇ ਆ, ਤੇ ਚੁਗਲਖੋਰ ਹਰ ਜਗ੍ਹਾ ਹੀ ਹੁੰਦੇ ਆ। ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਆਖਰ ਢਹਿੰਦਿਆਂ ਢਹਿ ਜਾਂਦੇ। ਤੇ ਬਚਨ ਆਉਂਦਾ, ਕਹਿੰਦੇ ਚੁਗਲਖੋਰ ਨਾ ਚੁਗਲੀਆਂ ਬਾਜ ਆਉਂਦੇ, ਗੱਲ ਕਹਿੰਦੇ ਆ ਕਹਿ ਜਾਂਦੇ। ਕਿਉਂਕਿ ਕਿਸੇ ਨੂੰ ਕੋਈ ਜ਼ਿਆਦਾ ਪਿਆਰ ਕਰਨ ਲੱਗ ਜੇ, ਉਹ ਦੂਜੇ ਤੋਂ ਜਰਿਆ ਨਹੀਂ ਨਾ ਜਾਂਦਾ। ਫਿਰ ਇਹ ਹੁੰਦਾ ਵੀ ਮੇਰੀ ਪੁੱਛ-ਗਿੱਛ ਕਿਉਂ ਘਟੀ, ਦੂਜੇ ਦੀ ਕਿਉਂ ਵਧੀ। ਫਿਰ ਈਰਖਾ ਜਾ ਕੇ ਬੰਦਾ ਕਰਮ ਉਦਾਂ ਦਾ ਕਰ ਲੈਂਦਾ। ਉਹਨਾਂ ਨੇ ਸ਼ਿਕਾਇਤ ਕਰ ਦਿੱਤੀ ਰਾਜੇ ਦੇ ਕੋਲ, ਕਹਿੰਦੇ ਜਿਹੜਾ ਨਵਾਂ ਰੱਖਿਆ ਨਾ ਮੋਦੀ ਖਾਨੇ 'ਚ ਮੋਦੀ ਰੱਖਿਆ ਜਿਹੜਾ, ਕਹਿੰਦੇ ਉਹ ਲੁਟਾਈ ਜਾਂਦਾ ਹੈ। 13 ਕਹਿ ਕੇ ਵੱਧ ਤੋਲੀ ਜਾਂਦਾ ਹੈ। ਤੇ ਪਿਆਰਿਓ, ਮੈਂ ਬੇਨਤੀ ਤੁਹਾਡੇ ਚਰਨਾਂ 'ਚ ਕਰਾਂ, ਮੋਦੀ ਦਾ ਅਰਥ ਹੁੰਦਾ ਹੈ ਭੰਡਾਰਾ। ਮੋਦੀ ਖਾਨਾ ਹੁੰਦਾ ਭੰਡਾਰਾ, ਜਿੱਥੇ ਰੱਖਿਆ ਹੋਵੇ। ਜਿਹੜਾ ਸਟੋਰ ਅਸੀਂ ਕਹਿ ਦਿੰਨੇ ਆ ਉਹਨੂੰ ਕਹਿੰਦੇ ਮੋਦੀ ਖਾਨਾ। ਉਹਨਾਂ ਵੇਲਿਆਂ 'ਚ
ਤੇ ਜਿਹੜਾ ਉਸ ਭੰਡਾਰੇ ਨੂੰ ਵਰਤਾਉਂਦਾ ਸੀ ਉਹਨੂੰ ਮੋਦੀ ਕਿਹਾ ਜਾਂਦਾ ਸੀ। ਤੇ ਉਹ ਗੁਰੂ ਨਾਨਕ ਦੇਵ ਮਹਾਰਾਜ ਨੇ ਡਿਊਟੀ ਕੀਤੀ। ਤੇ ਮੋਦੀ ਸ਼ਬਦ ਦੇ ਇੱਕ ਅਰਥ ਨਹੀਂ, ਬਹੁਤ ਅਰਥ ਨੇ। ਗੁਜਰਾਤ ਦੇ ਵਿੱਚ ਮੋਦੀ ਦਾ ਅਰਥ ਤੇਲੀ ਹੁੰਦਾ ਹੈ, ਗੁਜਰਾਤੀ ਚ। ਮੋਦੀ ਸ਼ਬਦ ਦਾ ਅਰਥ ਹੈ ਤੇਲੀ ਗੁਜਰਾਤ ਵਿੱਚ। ਤੇ ਪੰਜਾਬੀ ਚ ਮੋਦੀ ਦਾ ਅਰਥ ਹੁੰਦਾ ਹੈ ਭੰਡਾਰੀ, ਭਾਵ ਭੰਡਾਰੇ ਦਾ ਮਾਲਕ, ਸਟੋਰ ਦਾ ਮਾਲਕ ਕਹਿ ਲੋ। ਹੁਣ ਵੱਡੇ ਵੱਡੇ ਸਟੋਰ ਅਸੀਂ ਕਰਕੇ ਨਹੀਂ ਰੱਖਦੇ ਅਨਾਜ ਦੇ, ਉਹਦਾ ਇੰਚਾਰਜ ਉਹਨੂੰ ਮੋਦੀ ਕਹਿੰਦੇ ਆ ਪੰਜਾਬ 'ਚ, ਜੇ ਪੰਜਾਬੀ ਠੇਠ ਬੋਲਣੀ ਹੋਵੇ। ਪਿੱਛੇ ਜਿਹਾ ਇੱਕ ਵੀਡੀਓ ਬੜੀ ਘੁੰਮਦੀ ਸੀ, ਸ਼ਾਇਦ ਤੁਹਾਡੇ ਕੋਲ ਵੀ ਆਈ ਹੋਵੇ। ਜਪਜੀ ਸਾਹਿਬ ਦੇ ਵਿੱਚ ਇੱਕ ਬਚਨ ਆਉਂਦਾ ਹੈ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਤੇ ਉੱਥੇ ਅਰਥ ਪਤਾ ਕੀ ਆਉਂਦੇ ਨੇ, ਆ ਫੋਨ 'ਚ ਖੋਲ ਕੇ ਦੇਖ ਲਿਓ ਤੁਸੀਂ। ਉਹਦੇ 'ਚ ਅਰਥ ਆਉਣਗੇ, ਇੱਕ ਸੰਸਾਰੀ, ਸੰਸਾਰ ਦੀ ਉਤਪਤੀ ਕਰਨ ਵਾਲੇ ਬ੍ਰਹਮਾ ਜੀ, ਇੱਕ ਭੰਡਾਰੀ, ਭੰਡਾਰੀ ਨੂੰ ਕਿਹਾ ਉੱਥੇ ਅਰਥ ਆਏ ਨੇ ਜੀ ਮੋਦੀ ਵੀ ਤੂੰ ਹੈ। ਤੇ ਸਾਡੇ ਲੋਕਾਂ ਨੇ ਬਿਨਾਂ ਅਰਥ ਜਾਣਿਆ, ਬਿਨਾਂ ਗੱਲ ਦੀ ਤਹਿ ਤੱਕ ਜਾਣਿਆ, ਇਹ ਰੌਲਾ ਪਾਤਾ, ਕਹਿੰਦੇ ਮੋਦੀ ਦਾ ਨਾਮ ਬਾਣੀ 'ਚ ਦਰਜ ਕਰਤਾ ਆਰਐਸਐਸ ਨੇ, ਪ੍ਰਧਾਨ ਮੰਤਰੀ ਦਾ। ਉੱਥੋਂ ਪਤਾ ਲੱਗ ਜਾਂਦਾ ਬੰਦਾ ਗਿਆਨਾ ਸਿੰਘ ਹੈ ਕਿ ਗਿਆਨੀ ਹੈ। ਮੋਦੀ ਦੇ ਅਰਥਾਂ ਤੱਕ ਤਾਂ ਪਹੁੰਚੋ, ਪੰਜਾਬੀ 'ਚ ਕੀ ਹੈ। ਮੋਦੀ ਦਾ ਅਰਥ ਹੁੰਦਾ ਭੰਡਾਰ ਦਾ ਮਾਲਕ, ਭੰਡਾਰੀ, ਜਿਹਦੇ ਕੋਲ ਕੰਟਰੋਲ ਹੋਵੇ। ਤੇ ਗੁਰੂ ਨਾਨਕ ਮਹਾਰਾਜ ਦੇ ਮੋਦੀ ਖਾਨੇ ਨੂੰ ਫਿਰ ਕੀ ਕਹੋਗੇ, ਆਰਐਸਐਸ ਨੇ ਲਿਖਿਆ। ਮੋਦੀ ਖਾਨੇ ਦਾ ਅਰਥ ਹੁੰਦਾ ਹੈ ਜਿਸ ਥਾਂ ਰਾਸ਼ਨ ਦਾ ਸਟੋਰ ਹੋਵੇ, ਉਹ ਮੋਦੀ ਖਾਨਾ ਹੈ, ਭੰਡਾਰੇ ਦਾ ਖਾਨਾ ਹੈ। ਪਰ ਕਰੀਏ ਕਿ ਵਿਦਿਆ ਕੋਈ ਲੈਂਦਾ ਨਹੀਂ, ਪੜ੍ਹਦਾ ਕੋਈ ਹੈ ਨਹੀਂ, ਅਰਥ ਕੋਈ ਸਮਝਦਾ ਨਹੀਂ, ਆਪਣੇ ਮਤਲਬ ਦੇ ਅਰਥ ਕੱਢੀ ਫਿਰਦੇ। ਹੁਣ ਮਹਾਰਾਜ ਨੇ ਜਦੋਂ ਮੋਦੀ ਖਾਨਾ ਚਲਾਇਆ, ਸ਼ਿਕਾਇਤ ਹੋਈ, ਚੁਗਲਖੋਰਾਂ ਨੇ ਚੁਗਲੀ ਕੀਤੀ, ਤੇ 3 ਦਿਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਨਜ਼ਰਬੰਦ ਰੱਖਿਆ ਰਾਜੇ ਨੇ। ਕਿਉਂ? ਕਹਿੰਦੇ ਭੰਡਾਰਾ ਵੱਡਾ ਹੈ, ਸਾਰੇ ਭੰਡਾਰ ਦੀ ਪਹਿਲਾਂ ਛਾਣਬੀਣ ਹੋਏਗੀ, ਜੇ ਘਟ ਗਿਆ ਨਾਨਕ ਦੇ ਸਿਰ ਪਾਵਾਂਗੇ, ਤੇ ਜੇ ਕਿਤੇ ਅੱਖਾਂ ਤੋਂ ਓਲੇ ਹੋ ਕੇ ਭਾਜੀ ਨਾ ਜਾਵੇ, ਇਸ ਕਰਕੇ 3 ਦਿਨ ਮਹਾਰਾਜ ਨੂੰ ਨਜ਼ਰਬੰਦ ਰੱਖਿਆ ਸੁਲਤਾਨਪੁਰ ਲੋਧੀ ਸਾਹਿਬ। ਤੇ ਗੁਰੂ ਨਾਨਕ ਮਹਾਰਾਜ ਉੱਥੇ ਵੀ ਉਸ ਪਿਆਰੇ ਦੀ ਰਜ਼ਾ ਵਿੱਚ ਰਾਜੀ ਨੇ। 3 ਦਿਨ ਲੱਗੇ ਉਸ ਮੋਦੀ ਖਾਨੇ ਨੂੰ, ਉਸ ਭੰਡਾਰ ਨੂੰ ਜਾਂਚਣ ਲਈ ਵੀ ਕਿੰਨਾ ਵੱਧ ਹੈ, ਕਿੰਨਾ ਘੱਟ ਹੈ, ਕਿੰਨਾ ਇਹਨੇ ਲੁਟਾਇਆ ਹੈ। ਤੇ ਜਦੋਂ ਸਾਰਾ 3 ਦਿਨ ਵਿੱਚ ਜਾਂਚ ਪੂਰੀ ਹੋਈ, ਤੇ ਉਸ ਵੇਲੇ ਰਿਜ਼ਲਟ ਨਿਕਲਿਆ ਜਿੰਨਾ ਹੋਣਾ ਚਾਹੀਦਾ ਸੀ ਉਦੋਂ ਵੱਧ ਬਚਿਆ ਪਿਆ, ਘਟਿਆ ਨਹੀਂ। ਪਰ ਅਣਜਾਣ ਸੀ ਲੋਕ, ਭੰਡਾਰ ਦਾ ਮਾਲਕ ਤੇ ਗੁਰੂ ਨਾਨਕ ਹੈ, ਘਟ ਕਿਵੇਂ ਜਾਂਦਾ। ਮਹਾਰਾਜ ਨੇ ਤਾਂ ਸਾਨੂੰ ਵੀ ਕਿਹਾ, ਮਹਾਰਾਜ ਕਹਿੰਦੇ ਜੇ ਤੁਸੀਂ ਵੰਡ ਕੇ ਖਾਓਗੇ ਨਾ, ਘਟਣਾ ਤੁਹਾਡੇ ਘਰਾਂ ਚੋਂ ਵੀ ਨਹੀਂ। ਆਖੋ ਸਤਨਾਮ ਵਾਹਿਗੁਰੂ ਜੀ। ਖਾਵੋ ਖਰਚੋ ਜੀ ਰਲ ਮਿਲ ਭਾਈ, ਰਲ ਮਿਲ। ਹਾਂ ਖਾਵੋ ਖਰਚੋ ਜੀ ਰਲ ਮਿਲ ਭਾਈ, ਰਲ ਮਿਲ ਭਾਈ। ਖਾਵੋ ਖਰਚੋ ਜੀ ਰਲ ਮਿਲ ਭਾਈ, ਰਲ ਮਿਲ ਭਾਈ। ਖਾਵੋ ਖਰਚੋ ਜੀ ਰਲ ਮਿਲ ਭਾਈ, ਰਲ ਮਿਲ ਭਾਈ। ਖਾਵੋ ਖਰਚੋ ਜੀ ਰਲ ਮਿਲ ਭਾਈ, ਰਲ ਮਿਲ ਭਾਈ। ਖਾਵੋ ਖਰਚੋ ਜੀ ਰਲ ਮਿਲ ਭਾਈ, ਰਲ ਮਿਲ ਭਾਈ। ਹਾਂ ਖਾਵੋ ਖਰਚੋ ਜੀ ਰਲ ਮਿਲ ਭਾਈ, ਰਲ ਮਿਲ ਜੀ। ਖਾਵੋ ਖਰਚੋ ਜੀ ਰਲ ਮਿਲ ਭਾਈ, ਰਲ ਮਿਲ ਭਾਈ। ਖਾਵੋ ਖਰਚੋ ਜੀ ਰਲ ਮਿਲ ਭਾਈ, ਰਲ ਮਿਲ ਭਾਈ। ਖਾਵੋ ਖਰਚੋ ਜੀ ਰਲ ਮਿਲ ਭਾਈ, ਰਲ ਮਿਲ ਭਾਈ। ਖਾਵੋ ਖਰਚੋ ਜੀ ਰਲ ਮਿਲ ਭਾਈ, ਰਲ ਮਿਲ ਭਾਈ। ਖਾਵੋ ਖਰਚੋ ਜੀ ਰਲ ਮਿਲ ਭਾਈ, ਰਲ ਮਿਲ ਭਾਈ। ਕੋਟ ਨਾ ਆਵੇ ਵੱਧਦੋ ਜਾਈ, ਕੋਟ ਨਾ ਆਵੇ ਵੱਧਦੋ ਜਾਈ। ਕੋਟ ਨਾ ਆਵੇ ਵੱਧਦੋ ਜਾਈ, ਕੋਟ ਨਾ ਆਵੇ ਵੱਧਦੋ ਜਾਈ। ਕੋਟ ਨਾ ਆਵੇ ਵੱਧਦੋ ਜਾਈ, ਕੋਟ ਨਾ ਆਵੇ ਵੱਧਦੋ ਜਾਈ। ਕੋਟ ਨਾ ਆਵੇ ਵੱਧਦੋ ਜਾਈ, ਕੋਟ ਨਾ ਆਵੇ ਵੱਧਦੋ ਜਾਈ। ਕੋਟ ਨਾ ਆਵੇ ਵੱਧਦੋ ਜਾਈ, ਕੋਟ ਨਾ ਆਵੇ ਵੱਧਦੋ ਜਾਈ। ਕੋਟ ਨਾ ਆਵੇ ਵੱਧਦੋ ਜਾਈ, ਕੋਟ ਨਾ ਆਵੇ ਵੱਧਦੋ ਜਾਈ। ਖਾਵੋ ਖਰਚੋ ਜੀ
ਖਰਚੋ ਜੀ ਰਲ ਮਿਲ ਭਾਈ ਰਲ ਮਿਲ ਭਾਈ ਖਾਵੋ ਕਰ ਚੋਰੀ ਰਲ ਮਿਲ ਭਾਈ ਰਲ ਮਿਲ ਭਾਈ ਖਾਵੋ ਕਰ ਚੋਰੀ ਰਲ ਮਿਲ ਭਾਈ ਰਲ ਮਿਲ ਭਾਈ ਖਾਵੋ ਕਰ ਚੋਰੀ ਰਲ ਮਿਲ ਭਾਈ ਰਲ ਮਿਲ ਭਾਈ ਖਾਵੋ ਕਰ ਚੋਰੀ ਰਲ ਮਿਲ ਭਾਈ ਰਲ ਮਿਲ ਭਾਈ ਮਹਾਰਾਜ ਗੁਰਬਾਣੀ ਚ ਫਰਮਾਨ ਕਰਦੇ ਨੇ ਖਾਵੋ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਤੋਂ ਜਾਈ ਜਦੋਂ ਉਹਦੇ ਦਿੱਤੇ ਚੋਂ ਤੁਸੀਂ ਵੰਡ ਕੇ ਛਕੋਗੇ ਦਸਵੰਧ ਕੱਢੋਗੇ ਉਹ ਕਦੇ ਵੀ ਟੋਟ ਨਹੀਂ ਆਉਣ ਦਊਗਾ ਟੋਟ ਨਾ ਆਵੇ ਵੱਧ ਤੋਂ ਜਾਈ ਤੇ ਦਿਨ ਪ੍ਰਤੀ ਦਿਨ ਬਰਕਤਾਂ ਪਾ ਕੇ ਵਧਾਉਂਦਾ ਜਾਏਗਾ ਸਾਡੇ ਤੋਂ ਦਸਵੰਧ ਨਿਕਲਦਾ ਨਹੀਂ ਕੱਢਣਾ ਚਾਹੀਦਾ ਸਵਾਸਾਂ ਦਾ ਵੀ ਤੇ ਆਪਣੀ ਕੀਤੀ ਕਮਾਈ ਦਾ ਵੀ ਦਸਵਾਂ ਹਿੱਸਾ ਗੁਰੂ ਨੂੰ ਦੇਣਾ ਚਾਹੀਦਾ ਹੈ ਮਿੱਥ ਕੇ ਮੈਂ ਮੋਟੀ ਜੀ ਮਿਸਾਲ ਦਿੰਦਾ ਹੈ ਜੇ ਕਿਸੇ ਨੂੰ 1000 ਬਚਦਾ ਤੇ 100 ਗੁਰੂ ਦਾ ਕੱਢਣਾ ਚਾਹੀਦਾ 900 ਰੱਖ ਲੈ ਅਸੀਂ 900 ਖਾ ਕੇ 100 ਵੀ ਖਾ ਗਏ ਫਿਰ ਸੁਖਮਨੀ ਸਾਹਿਬ ਚ ਮਹਾਰਾਜ ਕਹਿੰਦੇ ਆ ਮਹਾਰਾਜ ਕਹਿੰਦੇ 10 ਵਸਤੂ ਲੈ ਪਾਛੇ ਪਾਵੇ ਪੜਿਆ ਹੋਣਾ ਬਹੁਤ ਵਾਰ ਏਕ ਵਸਤ ਕਾਰਨ ਵਿਖੋਟ ਗਵਾਵੇ ਏਕ ਭੀ ਨਾ ਦੇ 10 ਭੀਰ ਲੈ ਤੋ ਮੂੜਾ ਕੋ ਕਹਾਂ ਕਰੇ ਮਹਾਰਾਜ ਕਹਿੰਦੇ ਰੱਬ ਨੇ ਤੈਨੂੰ 10 ਵਸਤੂਆਂ ਦਿੱਤੀਆਂ ਲੈ ਕੇ ਲੁਕੋ ਲਈਆਂ 10 ਵਸਤੂ ਲੈ ਪਾਛੇ ਪਾਵੇ ਲੁਕੋ ਲਈਆਂ ਏਕ ਵਸਤ ਕਾਰਨ ਵਿਖੋਟ ਗਵਾਵੇ ਤੇ ਜਿਹੜਾ 10ਵਾਂ ਹਿੱਸਾ ਇੱਕ ਗੁਰੂ ਨੂੰ ਦੇਣਾ ਸੀ ਉਹ ਵੀ ਖਾ ਗਿਆ ਏਕ ਭੀ ਨਾ ਦੇ 10 ਭੀ ਹਿਰ ਲੈ ਤੇ ਮਹਾਰਾਜ ਕਹਿੰਦੇ ਮੂਰਖਾ ਉਹ ਮੂੜਾ ਕੋ ਕਹਾਂ ਕਰੇ ਮੂੜਾ ਕਹਿੰਦੇ ਮੂਰਖ ਨੂੰ ਕਹਿੰਦੇ ਮੂਰਖਾ ਇਹ ਦਿਮਾਗ ਕਿਉਂ ਨਹੀਂ ਕੰਮ ਕਰਦਾ ਵੀ ਤੂੰ 10 ਹੀ ਰੱਖ ਕੇ ਆ ਇੱਕ ਗੁਰੂ ਦਾ ਹਿੱਸਾ ਨਹੀਂ ਕੱਢਿਆ ਤੇ ਜੇ ਗੁਰੂ 10 ਹੀ ਖੋਲਵੇ ਫੇਰ ਕੀ ਕਰ ਲੇਗਾ ਆਖੋ ਸਤਨਾਮ ਵਾਹਿਗੁਰੂ ਜੀ ਕਿਸੇ ਦਵਾਈ ਤੇ ਲਵਾ ਦੇਵੇ ਕਿਤੇ ਅਣਹੋਣੀ ਵਾਲੀ ਜਗ੍ਹਾ ਤੇ ਲਵਾ ਦੇਵੇ ਫੇਰ ਕੀ ਕਰ ਲੇਗਾ ਤੂੰ ਜੇ 10 ਹੀ ਖੋਲਵੇ 10ਵਾਂ ਹਿੱਸਾ ਨਹੀਂ ਕੱਢਿਆ ਦਸਵੰਧ ਕੱਢਣਾ ਚਾਹੀਦਾ ਹੈ ਮਿੱਥ ਕੇ 10ਵਾਂ ਹਿੱਸਾ ਕੱਢਣਾ ਚਾਹੀਦਾ ਹੈ ਜਿੰਨੀ ਤੈਨੂੰ ਬਰਕਤ ਹੈ ਉਹਦਾ 10ਵਾਂ ਹਿੱਸਾ ਕੱਢ ਗੁਰੂ ਲਈ ਅਸੀਂ ਡਰ ਜਾਂਦੇ ਹਾਂ ਅਸੀਂ ਕਹਿੰਦੇ ਜੇ ਲੱਖ ਰੁਪਈਆ ਬਚਿਆ 10000 ਜਿਗਰੇ ਵਾਲੇ ਕੱਢੂਗਾ ਕੋਈ ਜਿਹਨੂੰ 10 ਲੱਖ ਬਚਿਆ ਉਹ ਲੱਖ ਕਿੱਦਾਂ ਕੱਢ ਦੇਵੇ ਗੁਰਦੁਆਰੇ ਲਈ ਦਿਲ ਹੌਲਾ ਹੁੰਦਾ ਵਿਚਾਰੇ ਦਾ 10ਵਾਂ ਹਿੱਸਾ ਕੱਢਣਾ ਚਾਹੀਦਾ 9 ਲੱਖ ਰੱਖ ਕੇ 9 ਲੱਖ ਰੱਖ ਕੇ 1 ਲੱਖ ਗੁਰੂ ਨੂੰ ਦੇਣ ਨੂੰ ਵੀ ਚਿੱਤ ਨਹੀਂ ਤੇ ਤੁਸੀਂ ਦੇਖ ਲਓ ਦੁਨੀਆ ਦਾ ਹਾਲ ਐਸਾ ਹੈ ਮੈਂ ਤਾਂ ਐਸੇ ਵੇਖਦਾ ਵੀ ਗਾਉਣ ਵਾਲਾ 35 ਲੱਖ ਲੈ ਜੇ ਭਾਵੇਂ 1 ਮਿੰਟ 'ਚ ਦੇ ਦੇਣਾ ਤੇ ਜੇ ਗੁਰੂ ਘਰ ਦੀ ਗੱਲ ਕਰੋ ਮੈਂ ਅੱਗੇ ਵੀ ਸਟੇਜਾਂ ਤੋਂ ਬੇਨਤੀ ਕਰਦਾ ਇੱਥੇ ਵੀ ਕਰ ਦਿੰਦਾ ਕਈ ਵਾਰੀ ਸੰਗਤ ਕਹਿੰਦੀ ਬਾਹਰ ਦੀਆਂ ਗੱਲਾਂ ਨਾ ਕਰਿਆ ਕਰੋ ਕਿਉਂ ਬਈ ਇਹ ਵੀ ਸਿੱਖਿਆ ਦੀ ਹੈ ਬਾਹਰ ਦੀ ਕਿਹੜੀ ਹੈ ਤੁਸੀਂ ਗੁਰੂ ਘਰ ਦੇ ਵਿੱਚ ਆ ਕੇ ਵੇਖ ਲਓ ਇੱਥੇ ਉਹ ਮੱਥਾ ਟਿਕਦਾ ਜਿਹੜਾ ਕਿਤੇ ਵੀ ਨਹੀਂ ਚੱਲਦਾ ਆਖੋ ਸਤਨਾਮ ਵਾਹਿਗੁਰੂ ਜੀ ਜਿਹੜਾ ਕਿਤੇ ਨਹੀਂ ਚੱਲਦਾ ਜਿਹੜਾ ਮੁੜਿਆ ਜਿਹਾ 5-7 ਟੇਪਾਂ ਵਾਲਾ ਹੋਵੇ ਨਾ ਜਿਹਨੂੰ ਟੌਫੀਆਂ ਵਾਲਾ ਵੀ ਨਹੀਂ ਲੈਂਦਾ ਜੀ ਉਹ ਲਿਆ ਕੇ ਗੋਲਕ ਚ ਪਾ ਦੋ ਵੀ ਬਾਬੇ ਨੇ ਕਿਹੜਾ ਕਹਿਣਾ ਕੁਝ ਰੋਜ਼ ਇਹਨਾਂ ਚੀਜ਼ਾਂ ਨਾਲ ਹੀ ਬਾਹਰ ਰਹਿੰਦਾ ਅਸੀਂ ਇੱਕ ਤਾਂ ਸਮਾਗਮ ਤੇ ਗਏ ਸਾਲਾਨਾ ਗੁਰਮਤਿ ਸਮਾਗਮ ਬਹੁਤ ਵੱਡਾ ਸਾਡੇ ਉਧਰ ਦੁਆਬੇ ਚ ਘੱਟੋ ਘੱਟ 5-7 ਹਜ਼ਾਰ ਸੰਗਤ ਦਾ ਇਕੱਠ ਤੇ ਜਦੋਂ ਸਮਾਪਤੀ ਹੋਈ ਨਾ ਜਿਹੜੇ ਪ੍ਰਧਾਨ ਸਾਹਿਬ ਸੀ ਉਹ 2000 ਦਾ ਨੋਟ ਚੱਕੀ ਫਿਰਨ ਉਹ ਚੂਰਨ ਵਾਲਾ ਨਹੀਂ ਹੁੰਦਾ ਨਿਆਣਿਆਂ ਵਾਲਾ ਨਕਲੀ ਉਹ ਰੱਖ ਕੇ ਨਾ ਮਹਾਰਾਜ ਦੇ ਮੋਹਰੇ 100 ਦੇ 2000 ਚੱਕ ਕੇ ਲੈ ਗਏ ਨਕਲੀ ਰੱਖਿਆ ਅਸਲੀ ਲੈ ਗਿਆ ਅੱਛਾ ਦੁਨੀਆ ਦੇ ਅੱਖਾਂ 'ਚ ਘੱਟਾ ਪਾ ਗਿਆ ਦੁਨੀਆ ਦੇ ਅੱਖਾਂ 'ਚ ਘੱਟਾ ਪਾ ਗਿਆ ਉਸ ਵੇਲੇ ਬੰਦੇ ਨੂੰ ਇਹ ਭੁੱਲ ਜਾਂਦਾ ਹੈ ਦੋ ਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬਿਭੂਤੇ ਇੱਕ ਆ 3-4 ਕੈਮਰੇ ਆ ਜਿਹੜੇ 2 ਘੰਟੇ ਲਈ ਚੱਲਦੇ ਆ ਇੱਕ ਸੀਸੀਟੀਵੀ ਕੈਮਰੇ ਆ ਜਿਹੜੇ 24 ਘੰਟੇ ਲਈ ਚੱਲਦੇ ਆ ਤੁਸੀਂ ਉਹਦੇ ਤੋਂ ਪਾਸੇ ਹੋ ਕੇ ਵੀ ਮਾੜਾ ਕੰਮ ਕਰ ਲੋਗੇ ਪਰ ਇੱਕ ਪ੍ਰਮਾਤਮਾ ਦਾ ਕੈਮਰਾ ਜਿਹੜਾ ਸੁੱਤਿਆਂ ਪਿਆਂ ਦੇ ਵੀ ਚੱਲੀ ਜਾਂਦਾ ਹੈ ਉਹ ਤੋਂ ਬਚ ਜਾਓਗੇ
ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਉਹ ਤੇ ਚੱਲ ਰਿਹਾ ਨਾ, ਤੂੰ ਚਲਾਕੀ ਲੋਕਾਂ ਨਾਲ ਕਰ ਲੈ, ਤੂੰ ਰੱਬ ਨਾਲ ਵੀ ਕਰ ਨੂੰ ਫਿਰਦਾ। ਤੇ ਤੀਜੇ ਪਾਤਸ਼ਾਹ ਨੇ ਤਾਂ ਪਹਿਲਾਂ ਹੀ ਸਾਨੂੰ ਕਹਿਤਾ, ਐ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨੇ ਠਗੋਲੀ ਪਾਈ ਆ। ਮਾਇਆ ਚੀਜ਼ ਹੀ ਐਸੀ ਹੈ ਜਿਹੜੀ ਭਰਮ ਵਿੱਚ ਪਾ ਦਿੰਦੀ ਆ ਵੀ ਮੇਰੇ ਤੋਂ ਵੱਡਾ ਕੋਈ ਨਹੀਂ, ਭੁੱਲ ਜਾਂਦਾ ਸਭ ਕੁਝ ਉਸੇ ਵੇਲੇ। ਰੱਬ ਦੇ ਨਾਲ ਚਤਰਾਈ ਨਹੀਂ। ਹੁਣ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ 3 ਦਿਨ ਨਜ਼ਰਬੰਦ ਰੱਖਿਆ, ਜਦੋਂ ਸਾਰਾ ਕੁਝ ਪੂਰਾ ਨਿਕਲਿਆ, ਬਰਕਤ ਨਿਕਲੀ, ਫਿਰ ਮਹਾਰਾਜ ਨੂੰ ਰਿਹਾ ਕਰਤਾ ਤੇ ਮਹਾਰਾਜ ਨੇ ਨੌਕਰੀ ਛੱਡੀ। ਨੌਕਰੀ ਛੱਡ ਕੇ ਬੇਈ ਨਦੀ ਦੇ ਵਿੱਚ ਅਲੋਪ ਹੋਏ। ਲੋਕ ਗਿਣਤੂ ਕਰਦੇ ਆ 10 ਮਿੰਟ, 1 ਮਿੰਟ ਪਾਣੀ 'ਚ ਰਹਿਣਾ ਬਹੁਤ ਔਖਾ ਹੈ ਜੀ, 5 ਮਿੰਟ ਰਹਿਣਾ ਬਹੁਤ ਔਖਾ ਜੀ। 3 ਦਿਨ ਮਹਾਰਾਜ ਕਿੱਦਾਂ ਰਹਿ ਗਏ? ਉਹ ਸਾਡੇ ਵਰਗੇ ਥੋੜੋ ਸੀ। ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ, ਉਹ ਆਪ ਰੱਬ ਸਨ। ਦੁਨੀਆ ਵਿੱਚ ਸੰਸਾਰੀ ਲੋਕਾਂ ਵਰਗਾ ਸਰੀਰ ਲੈ ਕੇ ਪੈਦਾ ਹੋਏ ਸੀ ਸਾਨੂੰ ਸਮਝਾਉਣ ਲਈ। ਆਪ ਨਾਰਾਇਣ ਕਲਾ ਧਾਰ, ਕਲਾ ਧਾਰ ਭਾਵੇਂ ਕਲਾ ਵਰਤੀ, ਮਨੁੱਖੀ ਜਾਮਾ ਲੈ ਕੇ ਧਰਤੀ ਤੇ ਆ ਗਏ। ਅਵਤਾਰ ਕਿੰਨੇ ਤਰ੍ਹਾਂ ਦੇ ਹੁੰਦੇ ਆ, ਵਿਦਿਆ ਪੜ੍ਹੀਏ ਤਾਂ ਪਤਾ ਲੱਗੇ। ਅੰਸਾ ਅਵਤਾਰ, ਨਮਿਤ ਅਵਤਾਰ, ਨਿਤ ਅਵਤਾਰ। ਇੱਕ ਹੁੰਦੇ ਨੇ ਨਿਤ ਅਵਤਾਰ, ਜਿਹੜੇ ਜਨਮ ਲੈ ਲੈ ਕੇ ਨਿਤ ਆਉਂਦੇ ਨੇ ਦੁਨੀਆ ਨੂੰ ਸਹੀ ਰਸਤੇ ਪਾਉਣ ਲਈ, ਨਿਤ ਦੇ ਅਵਤਾਰ। ਇੱਕ ਨਮਿਤ ਅਵਤਾਰ। ਨਮਿਤ ਅਵਤਾਰ ਕਿਹਨੂੰ ਕਹਿੰਦੇ ਆ? ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ ਤੁਹਾਨੂੰ ਖਾਲਸਾ ਸਾਜਣ ਵਾਸਤੇ ਨਿਮਿਤ, ਉਹ ਕਿਸੇ ਕੰਮ ਦੇ ਨਿਮਿਤ ਇਸ ਧਰਤੀ ਤੇ ਆਏ ਸੀ। ਤਾਂ ਹੀ ਮਹਾਰਾਜ ਨੇ ਕਿਹਾ ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਕਿਉਂਕਿ ਗੁਰੂ ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਮੈਂ ਆਪਣਾ ਸੁਤ ਤੋਹੇ ਨਿਵਾਜਾ। ਕਿਉਂ? ਪੰਥ ਪਰ ਚੁਰ ਕਰ ਬੇਕੋ ਸਾਜਾ, ਤੈਨੂੰ ਮੈਂ ਪੰਥ ਸਾਜਣ ਵਾਸਤੇ ਭੇਜ ਰਿਹਾ। ਨਿਮਿਤ ਹੈ। ਇੱਕ ਨਿਤ ਹੈ, ਜਿਹੜਾ ਨਿਤ ਆਉਂਦਾ ਹੈ, ਚਲਿਆ ਜਾਂਦਾ ਫੇਰ ਆ ਜਾਂਦਾ ਹੈ, ਦੁਨੀਆ ਨੂੰ ਵੱਖਰੇ ਵੱਖਰੇ ਰੂਪ 'ਚ ਸਹੀ ਰਸਤੇ ਪਾਉਣ। ਵੱਖਰੇ ਵੱਖਰੇ ਅਵਤਾਰ ਆਉਂਦੇ ਨੇ ਤੇ ਸਦਾ ਵਾਸਤੇ ਗੁਰੂ ਸਾਹਿਬ ਆਉਂਦੇ ਆ। ਅਵਤਾਰ ਕਈ ਪ੍ਰਕਾਰ ਦੇ ਆ। ਇਧਰਲੀ ਵਿਦਿਆ ਲਵਾਂਗੇ ਸਾਨੂੰ ਪਤਾ ਲੱਗੇਗਾ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਅਲੋਪ ਰਹੇ, ਤੀਜੇ ਦਿਨ ਬਾਹਰ ਆਏ। ਲੋਕਾਂ ਨੇ ਤਾਂ ਰੌਲਾ ਪਾਤਾ, ਅਸੀਂ ਨਮੋਸ਼ੀ ਮੰਨ ਗਿਆ ਨਾਨਕ, ਪਾਣੀ 'ਚ ਛਾਲ ਮਾਰ ਦਿੱਤੀ, ਕਿਉਂਕਿ 3 ਦਿਨ ਨਜ਼ਰਬੰਦ ਰਹੇ। ਆਪੋ ਆਪਣੀ ਮਤ ਨਾਲ ਸਾਰੇ ਸੋਚਦੇ ਸੀ। ਜੋ ਤੀਜੇ ਦਿਨ ਬਾਹਰ ਆਏ, ਆਉਣ ਸਾਰ ਸ਼ਮਸ਼ਾਨ ਭੂਮੀ 'ਚ ਬੈਠੇ ਤੇ ਮਹਾਰਾਜ ਨੇ ਆਉਣ ਸਾਰ ਬਚਨ ਕੀਤਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰ ਗੁਰ ਪ੍ਰਸਾਦ। ਇੱਥੋਂ ਤੱਕ ਅਕਾਲ ਪੁਰਖ ਦਾ ਮੰਤਰ ਹੈ, ਜਿਹਨੂੰ ਮੂਲ ਮੰਤਰ ਕਿਹਾ ਜਾਂਦਾ ਹੈ। ਮੂਲ ਭਾਵ ਜੜ, ਜਿੱਥੋਂ ਆਰੰਭਤਾ ਹੈ ਗੁਰੂ ਦੀ ਬਾਣੀ ਦੀ, ਇੱਕ ਓੰਕਾਰ ਤੋਂ। ਤੇ ਅੱਗੇ ਫਿਰ ਮਹਾਰਾਜ ਨੇ ਉਚਾਰਿਆ ਜਪ। ਜਪ ਜੀ ਸਾਹਿਬ ਬਾਣੀ ਦਾ ਵੀ ਨਾਮ ਹੈ ਤੇ ਸਾਨੂੰ ਵੀ ਕਿਹਾ ਭਾਈ ਜਪੋ ਕਿਹਨੂੰ? ਆਦ ਸੱਚ, ਜਿਹੜਾ ਪਹਿਲਾਂ ਵੀ ਸੱਚ ਸੀ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਦੋਂ ਦੁਨੀਆ ਨਹੀਂ ਸੀ ਉਹ ਉਦੋਂ ਵੀ ਸੱਚ ਸੀ। ਆਦ ਸ਼ੁਰੂ ਚ, ਜਦੋਂ ਦੁਨੀਆ ਹੈ ਨਹੀਂ ਸੀ ਉਦੋਂ ਵੀ ਸੱਚ ਸੀ। ਜੁਗਾਦ ਸੱਚ, ਹੁਣ ਦੁਨੀਆ ਜਦੋਂ ਤੋਂ ਚੱਲ ਰਹੀ ਹੈ ਉਦੋਂ ਤੋਂ ਵੀ ਸੱਚ ਹੈ ਭੀ ਸੱਚ, ਉਹ ਹੁਣ ਵੀ ਸੱਚ ਹੈ। ਨਾਨਕ ਹੋਸੀ ਭੀ ਸੱਚ, ਉਹ ਆਉਣ ਵਾਲੇ ਸਮੇਂ 'ਚ ਵੀ ਸੱਚ ਹੀ ਰਹਿਣਾ, ਉਹ ਝੂਠਾ ਨਹੀਂ ਹੋਣਾ। ਅਸੀਂ ਤਾਂ ਸਾਰੇ ਜੀਵ ਰੂਪ ਇਸਤਰੀ ਹਾਂ। ਮਹਾਰਾਜ ਨੇ ਸਾਨੂੰ ਮੂਲ ਮੰਤਰ ਦਿੱਤਾ ਤੇ ਸਿਵਿਆਂ 'ਚ ਬੈਠੇ ਸੰਗਤ ਪੁੱਛਦੀ ਹੈ, ਕਹਿੰਦੀ ਮਹਾਰਾਜ ਜੀ ਜੈ ਜੈਕਾਰ ਹੋ ਗਈ ਜਦੋਂ ਤੀਜੇ ਦਿਨ ਬੇਈ ਨਦੀ ਤੋਂ ਬਾਹਰ ਆ ਗਏ। ਤੇ ਨਾਲ ਫਿਰ ਸੰਗਤਾਂ ਨੇ ਪੁੱਛਿਆ, ਪਿਆਰ ਵਾਲਿਆਂ ਨੇ, ਕਹਿੰਦੇ ਜੀ ਤੁਸੀਂ ਸਿਵਿਆਂ 'ਚ ਕਿਉਂ ਬੈਠੇ? ਆ ਸੁਣਿਓ ਗੱਲ, ਪੱਲੇ ਪੱਲਣ ਵਾਲੀ ਹੈ। ਸ਼ਮਸ਼ਾਨ ਭੂਮੀ 'ਚ ਕਿਉਂ ਬਹਿ ਗਏ? ਘਰ ਆਉਂਦੇ ਮਹਾਰਾਜ ਕਹਿੰਦੇ ਜਿਹੜਾ ਮਾਰਗ ਲੈ ਕੇ ਦੁਨੀਆ 'ਚ ਚੱਲਣਾ ਹੈ ਨਾ,
ਪਹਿਲਾਂ ਆਪਣਾ ਆਪ ਮਾਰ ਕੇ ਤੁਰਨਾ ਪੈਣਾ। ਆਖੋ ਸਤਨਾਮ ਵਾਹਿਗੁਰੂ ਜੀ। ਇੱਕ ਬਚਨ ਆਉਂਦਾ ਨਾ ਬਾਣੀ 'ਚ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਜੇ ਗੁਰੂ ਦੇ ਰਸਤੇ ਤੇ ਤੁਰਨਾ ਵੱਡਾ ਵੱਡਾ ਜਿਗਰਾ ਕਰਕੇ ਤੁਰਨਾ ਪੈਂਦਾ ਹੈ। ਲੋਕ ਤਾਨੇ ਮਾਰਨਗੇ, ਲੋਕ ਗਾਲਾਂ ਕੱਢਣਗੇ। ਬਾਬੇ ਨਾਨਕ ਨੂੰ ਨਹੀਂ ਕਿਹਾ ਕੋਈ ਆਖੇ ਭੂਤਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਬਚਨ ਹੈ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਨਾਨਕ ਵਿਚਾਰਾ। ਕਹਿੰਦੇ ਕੋਈ ਮਹਾਰਾਜ ਨੂੰ ਭੂਤਨਾ ਕਹੀ ਜਾਂਦਾ ਸੀ, ਕੋਈ ਬੇਤਾਲਾ ਕਹੀ ਜਾਂਦਾ ਸੀ, ਕੋਈ ਬੰਦਾ ਹੀ ਕਹੀ ਜਾਂਦਾ ਸੀ। ਅੱਜ ਵਾਲੇ ਵੀ ਕਹੀ ਜਾਂਦੇ ਆ, ਉਹ ਸਾਡੇ ਵਰਗੇ ਆਮ ਹੀ ਸਨ। ਬਾਣੀ 'ਚ ਮਹਾਰਾਜ ਨੇ ਦਰਜ ਕੀਤਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਕੋਈ ਕਵੇ ਵਿਚਾਰਾ ਭਟਕਦਾ ਫਿਰਦਾ ਜੰਗਲਾਂ 'ਚ ਦਿਨ ਰਾਤ, ਘਰ ਬੈਠੇ ਆਪਣੇ ਨਿਆਣੇ ਸਾਂਭੇ। ਕੋਈ ਪੱਥਰ ਮਾਰਦਾ, ਕੋਈ ਗੁਰੂ ਨਾਨਕ ਮਹਾਰਾਜ ਨੂੰ ਟਿਚਰਾਂ ਕਰਦਾ ਹੈ, ਕੋਈ ਗੁਰੂ ਨਾਨਕ ਦੇ ਮਹਾਰਾਜ ਨੂੰ ਬੇਤਾਲਾ ਭੂਤਨਾ ਕਹਿੰਦਾ ਹੈ। ਤੇ ਸਾਡੀ ਤੁਹਾਡੀ ਤਾਂ ਗੱਲ ਹੀ ਕੀ ਹੈ? ਚੰਗਾ ਕੰਮ ਕਰਨ ਲੱਗ ਜਾਓ, ਬੁਰੇ ਨੂੰ ਤਾਂ ਲੋਕ ਨਿੰਦਦੇ ਆ, ਚੰਗੇ ਨੂੰ ਤੂੰ ਜ਼ਿਆਦਾ ਨਿੰਦਣ ਲੱਗ ਜਾਂਦਾ। ਇਹ ਦੁਨੀਆ ਦੀ ਚਾਲੀ ਹੈ, ਇਹ ਹਟਣੀ ਨਹੀਂ ਹੈ, ਗੁਰੂਆਂ ਦੇ ਵੇਲੇ ਨਹੀਂ ਹਟੀ। ਮੈਂ ਪਹਿਲਾਂ ਵੀ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ ਕਈ ਵਾਰ ਕਿ ਜੇ ਬੰਦੇ ਕੋਲ ਪੈਸਾ ਬਹੁਤ ਹੈ, ਸਾਦਾ ਜੀਵਨ ਰਵੇ, ਵੀ ਠੀਕ ਹੈ ਪੈਸਾ ਬੜਾ ਹੈ, ਮੈਂ ਆਪਣਾ ਜੀਵਨ ਸਾਦਾ ਬਤੀਤ ਕਰਨਾ, ਮੈਂ ਕੱਪੜੇ ਸਾਦੇ ਪਾਉਣੇ ਆ, ਮੈਂ ਸਾਦਾ ਜਿਹਾ ਬਣ ਕੇ ਲੋਕਾਂ 'ਚ ਰਹਿਣਾ, ਮੇਰੇ ਗੁਰੂ ਦਾ ਹੁਕਮ ਹੈ। ਜਿੰਨਾ ਸਾਦਾ ਰਹੇਗਾ ਉਨੀ ਚੜ੍ਹਦੀ ਕਲਾ ਹੋਏਗੀ। ਤੇ ਲੋਕ ਟਿਚਰਾਂ ਕਰਨਗੇ ਵੀ ਪੈਸਾ ਇਹਨੇ ਹਿੱਕ ਤੇ ਰੱਖ ਕੇ ਲਿਜਾਣਾ, ਵਰਤਦਾ ਹੀ ਨਹੀਂ, ਇੰਨਾ ਪੈਸਾ ਇਹਦੇ ਕੋਲ। ਉਹੀ ਬੰਦਾ ਜੇ ਸੋਹਣੇ ਕੱਪੜੇ ਪਾਵੇ, ਸੋਹਣੀ ਕੋਠੀ ਪਾਵੇ, ਸੋਹਣੀ ਗੱਡੀ ਲਵੇ, ਸੋਹਣਾ ਹਾਲ ਚਾਲ ਲੋਕਾਂ ਦੇ ਆਪਣਾ ਬਣਾ ਕੇ ਰੱਖੇ, ਤੇ ਲੋਕ ਕਹਿਣਗੇ ਲੈ ਵੱਡਾ ਉਹ ਆਪਣੇ ਘਰ ਸਾਡੇ ਤੇ ਰੋਹਬ ਕਾਹਦਾ ਪਾਉਂਦਾ। ਤੁਸੀਂ ਖੁਸ਼ ਕਰ ਲਓਗੇ ਦੁਨੀਆ ਨੂੰ? ਕਦੇ ਨਹੀਂ ਹੋਣੀ। ਤੁਸੀਂ ਗੁਰੂ ਤੋਂ ਬਿਨਾ ਕਿਸੇ ਨੂੰ ਖੁਸ਼ ਨਾ ਕਰਿਆ ਕਰੋ। ਜਿੰਨੀ ਮਰਜ਼ੀ ਕੋਈ ਨਿੰਦਿਆ ਕਰੇ, ਜਿੰਨਾ ਮਰਜ਼ੀ ਕੋਈ ਮਾੜਾ ਕਵੇ, ਬਾਬਾ ਜੀ ਦੀ ਬਾਣੀ ਯਾਦ ਕਰਿਆ ਕਰੋ। ਮਹਾਰਾਜ ਕਹਿੰਦੇ ਐ, ਕਬੀਰ ਮੈਂ ਸੁਣਿਓ ਪੜ੍ਹਬੋ ਭਲਾ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ, ਪੜ੍ਹਵੇ ਸਿਓ ਭਲ ਜੋਗ, ਭਗਤ ਨਾ ਛੋਡੂ ਰਾਮ ਕੀ ਭਾਵੇਂ ਨਿੰਦੋ ਲੋਗ। ਲੋਕ ਜਿੰਨੀ ਮਰਜ਼ੀ ਨਿੰਦਿਆ ਕਰੀ ਜਾਣ, ਮੈਂ ਜਿਹੜਾ ਰਾਹ ਫੜਿਆ ਮੈਂ ਛੱਡਣਾ ਨਹੀਂ ਲੋਕਾਂ ਤੋਂ ਡਰ ਕੇ। ਗੱਲ ਇਹ ਚਾਹੀਦੀ, ਭਰੋਸਾ ਇਹ ਚਾਹੀਦਾ, ਵਿਸ਼ਵਾਸ ਇਹ ਚਾਹੀਦਾ। ਅਸੀਂ ਕਹਿੰਦੇ ਲੋਕ ਕੀ ਕਹਿਣਗੇ, ਯਾਰ ਰਹਿਣ ਹੀ ਦਿੰਦੇ ਆ। ਜੇ ਬੰਦਾ ਰੋਜ਼ ਗੁਰਦੁਆਰਾ ਸਾਹਿਬ ਮੱਥਾ ਟੇਕਣ ਲੱਗ ਜੇ, ਲੋਕ ਤੇ ਤਾਂ ਟਿਚਰਾ ਕਰਨ ਲੱਗ ਜਾਂਦੇ ਆ, ਇਹ ਨੇਰੀ ਫਿਰਦਾ ਕੁਝ ਕਰੂਗਾ। ਆਖੋ ਸਤਨਾਮ ਵਾਹਿਗੁਰੂ ਜੀ। ਇਹ ਨੇਰੇ ਕਾਹਨੂੰ ਫਿਰਦਾ, ਕੀ ਕਰਦਾ ਫਿਰਦਾ ਹੈ? ਲੋਕ ਤਾਂ ਟਿਚਰਾ ਕਰਨਗੇ। ਤੁਸੀਂ ਤਾਂ ਮੱਥਾ ਨਹੀਂ ਟੇਕ ਸਕਦੇ ਜੇ ਲੋਕਾਂ ਦੀ ਪਰਵਾਹ ਕਰੋਗੇ। ਕੋਈ ਤੁਹਾਨੂੰ ਲੰਗਰ ਖਾਣੇ ਕਹੂ, ਕੋਈ ਤੁਹਾਨੂੰ ਕੜਾਹ ਖਾਣੇ ਕਹੂ, ਪਰ ਕਦੇ ਕਿਸੇ ਦੀ ਪਰਵਾਹ ਨਾ ਕਰਿਆ ਕਰੋ। ਮਲੂਕਾ ਚੌਧਰੀ ਕੱਢਦਾ ਸੀ ਨਾ ਗਾਲਾਂ ਸੰਗਤ ਨੂੰ, ਧੌਣ ਦਾ ਮਣਕਾ ਟੁੱਟ ਕੇ ਮਰਿਆ ਬਾਅਦ ਵਿੱਚ ਤੀਜੇ ਪਾਤਸ਼ਾਹ ਵਿੱਚ। ਮਹਾਰਾਜ ਨੇ ਇੱਕੋ ਗੱਲ ਸੰਗਤ ਨੂੰ ਕਹਿਣੀ ਕਿ ਤੁਹਾਨੂੰ ਮਾੜਾ ਬੋਲਦਾ ਤੁਸੀਂ ਨਹੀਂ ਬੋਲਣਾ, ਤੁਸੀਂ ਨਹੀਂ ਬੋਲਣਾ। ਕਿਉਂ? ਕਿਉਂਕਿ ਜਦੋਂ ਪਾਪਾਂ ਦਾ ਘੜਾ ਭਰੇਗਾ, ਫੇ ਬਾਣੀ ਦਾ ਬਚਨ ਹੈ, ਲਓ ਸੁਣੋ। पाप महाबली है पापी के मारने को, 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 पाप महाबली है पापी के मारने को। पाप महाबली है पापी के मारने को, 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 पापी के मारने को, पाप महाबली है पापी के मारने को, महाबली है पापी के मारने को, पाप महाबली है पापी
के मारने को पाप महाबली है। पापी के मारने को पाप महाबली है। पापी के मारने को पाप महाबली है। पाप महाबली है, पाप महाबली है, पाप महाबली है। पाप महाबली है। पाप महाबली है। पाप महाबली है। जी पाप महाबली है, पापी के मारने को पाप महाबली है, पापी के मारने को पाप महाबली है। 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 पापी के मारने को ਮਹਾਰਾਜ ਗੁਰਬਾਣੀ ਚ ਬਚਨ ਕਰਦੇ ਨੇ ਪਾਪੀ ਕੇ ਮਾਰਨੇ ਕੋ पाप महाबली ਪਾਪ ਮਹਾਬਲੀ ਹੈ। ਬੰਦਾ ਨਹੀਂ ਮਾਰੂਗਾ, ਕੀਤੇ ਪਾਪ ਹੀ ਮਾੜੇ ਕਰਮ ਅੱਗੇ ਲੈ ਆਉਂਦੇ ਨੇ। ਚੰਗੇ ਕਰੋਗੇ ਅੱਗੇ ਚੰਗੇ ਕਰਮ ਬਣਨਗੇ। ਆਪੇ ਬੀਜ आपे ही खाओ। ਨਾਨਕ ਹੁਕਮੀ ਆਵੋ ਜਾਓ। ਹੁਣ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਿਹੜਾ ਕੰਮ ਦੁਨੀਆ ਦੇ ਵਿੱਚ ਕਰਨ ਵਾਸਤੇ ਤੁਰਨਾ ਉਹਦੇ ਲਈ ਪਹਿਲਾਂ ਆਪਣਾ ਆਪ ਮਾਰਨਾ ਪੈਂਦਾ ਹੈ। ਤੇ ਮਰ ਕੇ ਕਿੱਥੇ ਆਈਦਾ ਹੈ? ਸ਼ਮਸ਼ਾਨ ਘਾਟ 'ਚ। ਤੇ ਮੈਂ ਆਪਣਾ ਪ੍ਰਚਾਰ ਹੀ ਮਹਾਰਾਜ ਕਹਿੰਦੇ ਸ਼ਮਸ਼ਾਨ ਘਾਟ ਤੋਂ ਸ਼ੁਰੂ ਕਰਾਂਗਾ। ਦੁਨੀਆ ਕੀ ਮਾਰੇਗੀ? ਪਹਿਲਾਂ ਹੀ ਮਰ ਕੇ ਤੁਰਨਾ ਹੈ। ਗੁਰੂ ਨਾਨਕ ਦੇਵ ਮਹਾਰਾਜ ਨੂੰ ਕਿਸੇ ਨੇ ਪੁੱਛਿਆ, ਬਾਬਰ ਪੁੱਛਦਾ ਹੈ, ਸੁਣਿਓ ਧਿਆਨ ਨਾਲ ਗੱਲ, ਪੱਲੇ ਬੰਨ ਲਿਓ, ਜ਼ਿੰਦਗੀ 'ਚ ਕੰਮ ਆਊਗੀ। ਗੁਰੂ ਨਾਨਕ ਦੇਵ ਮਹਾਰਾਜ ਨੂੰ ਬਾਬਰ ਕਹਿੰਦਾ, ਮਹਾਰਾਜ ਜੀ ਤੁਹਾਡੇ ਲਈ ਮੈਂ ਆਸਣ ਲਾਇਆ ਉੱਚੀ ਜਗ੍ਹਾ, ਤੁਸੀਂ ਕਿਉਂ ਨਹੀਂ ਬੈਠਦੇ? ਧਰਤੀ ਤੇ ਕਿਉਂ ਬੈਠਦੇ ਹੋ? ਮਹਾਰਾਜ ਕਹਿੰਦੇ ਕਿਉਂਕਿ ਧਰਤੀ ਤੇ ਬੈਠਣ ਵਾਲੇ ਨੂੰ ਡਿੱਗਣ ਦਾ ਡਰ ਨਹੀਂ ਹੁੰਦਾ। ਆਖੋ ਸਤਨਾਮ ਵਾਹਿਗੁਰੂ ਜੀ। ਇਹ ਗੱਲ ਭਾਵੇਂ ਤੁਹਾਨੂੰ ਛੋਟੀ ਲੱਗੇ, ਪਰ ਜਦੋਂ ਇਹਦਾ ਮਤਲਬ ਸਮਝੋਗੇ ਨਾ, ਮਹਾਰਾਜ ਨੇ ਸਮਝਾਇਆ ਵੀ ਜਿੰਨਾ ਨੀਵੇਂ ਹੋ ਕੇ ਰਹੋਗੇ ਤੁਹਾਨੂੰ ਸਿੱਟਣ ਵਾਲਾ ਕੋਈ ਨਹੀਂ ਜਾਗੇ। ਜਿਹੜਾ ਬੈਠਾ ਹੀ ਥੱਲੇ ਹੈ ਉਹਨੂੰ ਕਿੱਥੇ ਨੂੰ ਸਿੱਟ ਲਓਗੇ ਤੁਸੀਂ? ਡਰੇ ਤਾਂ ਉਹ ਜਿਹੜਾ ਉੱਚੀ ਜਗ੍ਹਾ ਚੜ੍ਹ ਕੇ ਬੈਠਾ ਹੋਗਾ ਵੀ ਮੈਨੂੰ ਕੋਈ ਧੱਕਾ ਦੇ ਦੂ ਮੈਂ ਡਿੱਗ ਪਊਗਾ। ਜਿਹੜਾ ਪਹਿਲਾਂ ਹੀ ਧਰਤੀ ਤੇ ਬੈਠਾ ਹੈ ਕਿੱਥੇ ਨੂੰ ਸਿੱਟ ਲਓਗੇ? ਮਾਰੇ ਕਹਿੰਦੇ ਮੈਂ ਤਾਂ ਧਰਤੀ ਤੇ ਬੈਠਾ ਹੈ ਕਿਉਂਕਿ ਧਰਤੀ ਤੇ ਬੈਠਿਆਂ ਨੂੰ ਕੋਈ ਸਿੱਟ ਨਹੀਂ ਸਕਦਾ। ਜ਼ਮੀਨ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਜਿੰਨਾ ਮਰਜੀ ਮਰਤਬਾ ਉੱਚਾ ਲੈ ਜਾਓ, ਮੈਨੂੰ ਜਿੰਨੇ ਮਰਜੀ ਲੋਕ ਸੁਣੀ ਜਾਣ, ਪਰ ਮੇਰੇ ਅੰਦਰ ਇਹ ਨਾ ਆਵੇ ਵੀ ਮੇਰੇ ਵਰਗਾ ਰਾਗੀ ਕੋਈ ਨਹੀਂ। ਬਸ ਜਿੱਦਣ ਆਊਗਾ ਮਰਾਂਗੇ, ਪੱਕੀ ਗੱਲ ਹੈ। ਇੱਥੇ ਘਾਟ ਥੋੜੋ ਹੈ ਜੇ ਬੰਦਾ ਕਹੇ ਮੇਰੇ ਬਿਨਾ ਕੀਰਤਨ ਰੁਕ ਜਾਊਗਾ, ਇਹ ਨਹੀਂ ਹੁੰਦਾ। ਗੁਰੂ ਨਾਨਕ ਦਾ ਥੜਾ ਇੱਕ ਡਿੱਗਿਆ ਤੇ ਦੂਜਾ ਖੜਾ। ਕੋਈ ਬੰਦਾ ਮਾਣ ਨਾ ਕਰੇ। ਇੱਕ ਪਿੰਡਾਂ ਦੀ ਕਹਾਵਤ ਹੈ, ਅਗੇ ਜਦੋਂ ਕਿਸੇ ਨੇ ਤਾਨਾ ਦੇਣਾ ਹੁੰਦਾ ਸੀ ਨਾ ਘਰ ਵਾਲੇ ਨੂੰ, ਅਗੇ ਮੈਂ ਨਾ ਜੰਮਦੀ ਤੇਰੇ ਨਾਲ ਵਿਆਹ ਕੌਣ ਕਰਾਉਂਦਾ? ਇਦਾਂ ਦਾ ਮਾਣ ਬੰਦਾ ਕੋਈ ਨਾ ਕਰੇ ਵੀ ਖਰੇ ਮੈਂ ਹੀ ਕੀਰਤਨ ਕਰਦਾ, ਹੋਰ ਕੋਈ ਕਰ ਹੀ ਨਹੀਂ ਸੀ ਸਕਦਾ। ਨਾ ਕੋਈ ਘਾਟ ਨਹੀਂ ਹੈ। ਉਹਨੂੰ ਗੂੰਗੇ ਤੋਂ ਵੀ ਅਰਥ ਕਰਾ ਲੈਣੇ ਜੇ ਚਾਹਵੇ। ਗੂੰਗੇ ਦੇ ਸਿਰ ਤੇ ਛੜੀ ਰੱਖ ਕੇ ਪੰਜੋਖੜਾ ਸਾਹਿਬ ਜਾਓ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਕਿਰਪਾ। ਇੰਨੀਆਂ ਬੇਨਤੀਆਂ ਕਰਨ ਦਾ ਮਤਲਬ ਇੱਕੋ ਹੀ ਹੁੰਦਾ ਵੀ ਕਦੇ ਵੀ ਕਿਸੇ ਵੀ ਚੀਜ਼ ਦਾ ਵਡਿਆਈ ਗੁਰੂ ਦਿੰਦਾ ਹੈ, ਉਹਦਾ ਕਦੇ ਮਾਣ ਨਹੀਂ ਵੀ ਗੁਰੂ ਸਾਹਿਬ ਤੂੰ ਹੀ ਕਿਰਪਾ ਕੀਤੀ ਹੈ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਥੋਂ ਫਿਰ ਇੱਕ ਓੰਕਾਰ ਦਾ ਉਪਦੇਸ਼ ਆਰੰਭਿਆ ਤੇ ਫਿਰ ਬਚਨ ਕੀਤਾ। ਪਰਿਵਾਰ ਨੇ ਮਹਾਰਾਜ ਨੂੰ ਬੇਨਤੀ ਕੀਤੀ, ਬੇਬੇ ਨਾਨਕੀ ਜੀ ਬੇਨਤੀ ਕਰਦੇ ਆ, ਮਾਂ ਤ੍ਰਿਪਤਾ ਦੇਵੀ ਜੀ, ਪਿਤਾ ਸ਼੍ਰੀ ਕਲਿਆਣ ਚੰਦ ਮਹਿਤਾ ਜੀ, ਕਿ ਇੱਕੋ ਇੱਕ ਪੁੱਤ ਹੈ, ਧੀ ਵਿਆਹੀ ਹੋਈ ਹੈ, ਪੁੱਤਰ ਦਾ ਵਿਆਹ ਕਰਨਾ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਵਾਸਤੇ ਰਿਸ਼ਤਾ ਕੀਤਾ ਅਚਲ ਬਟਾਲਾ, ਦੋ ਪਿੰਡ, ਅਚਲ ਵੱਖਰਾ ਬਟਾਲਾ ਵੱਖਰਾ, ਪਰ ਬੋਲਿਆ ਇਕੱਠਾ ਹੀ ਜਾਂਦਾ ਅਚਲ ਬਟਾਲਾ। ਉਦੋਂ ਪਿੰਡ ਸੀ, ਹੁਣ ਸ਼ਹਿਰ ਨੇ। ਉੱਥੋਂ ਦੇ ਚੌਧਰੀ, ਉੱਥੋਂ ਦੇ ਪਟਵਾਰੀ ਮੂਲਾ ਜੀ, ਚੋਣਿਆਂ ਦਾ ਪਰਿਵਾਰ। ਇਹ ਬੇਨਤੀ ਸਦਾ ਰੱਖੋ। ਕਈ ਵਾਰੀ ਸਾਡੇ ਪ੍ਰਚਾਰਕ ਵੀ ਕਹਿੰਦੇ ਚੋਣਿਆਂ ਦਾ ਪਰਿਵਾਰ। ਚੋਣਾ ਤਾਂ ਕੁਝ ਹੋਰ ਹੁੰਦਾ, ਪਤਾ ਹੀ ਹੈ ਆਪਾਂ ਨੂੰ ਚੋਣਾ ਕਿਹਨੂੰ ਕਹੀਦਾ।
ਚੋਣਿਆਂ ਦਾ ਪਰਿਵਾਰ ਸੀ, ਚੌਧਰੀ ਪਰਿਵਾਰ, ਪਟਵਾਰੀ ਪਰਿਵਾਰ। ਉਸ ਪਟਵਾਰੀ ਜੀ ਦੀ ਧੀ ਬੀਬੀ ਸੁਲੱਖਣੀ, ਜਿਹੜੇ ਗੁਰੂ ਨਾਨਕ ਮਹਾਰਾਜ ਵਾਸਤੇ ਚੁਣੇ ਗਏ। ਫਿਰ ਸੁਲਤਾਨਪੁਰ ਲੋਧੀ ਸਾਹਿਬ ਦੀ ਧਰਤੀ ਤੋਂ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਬਾਰਾਤ ਲੈ ਕੇ, ਜੰਜ ਲੈ ਕੇ ਮਾਂ ਸੁਲੱਖਣੀ ਨੂੰ ਵਿਆਹਣ ਵਾਸਤੇ ਤੁਰੇ। ਪਿੰਡੋਂ ਨਹੀਂ ਸੀ ਗਏ, ਰਾਏ ਭੋਏ ਦੀ ਤਲਵੰਡੀ ਤੋਂ। ਸੁਲਤਾਨਪੁਰ ਲੋਧੀ ਸਾਹਿਬ ਤੋਂ ਜੰਜ ਚੜੀ, ਨਾਨਕੇ ਦਾਦਕੇ ਸਾਰੇ ਇੱਥੇ ਆਏ। ਇੱਥੋਂ ਜੰਜ ਚੱਲ ਕੇ ਅਚਲ ਬਟਾਲੇ ਦੀ ਧਰਤੀ ਤੇ ਪਹੁੰਚਦੀ ਹੈ। ਉੱਥੇ ਜਾ ਕੇ ਪਾਤਸ਼ਾਹ ਨੇ ਵੇਖਿਆ ਕਿ ਅੱਗ ਦੀ ਬੇਦੀ ਤਿਆਰ ਹੈ, ਜਿਹਦੇ ਦੁਆਲੇ 7 ਫੇਰੇ ਕਰਨੇ। ਮਹਾਰਾਜ ਨੇ ਬਚਨ ਕਰਤਾ, ਭਾਈ ਅਸੀਂ ਅੱਗ ਦੁਆਲੇ ਫੇਰੇ ਨਹੀਂ ਕਰਨੇ, ਅਸੀਂ ਗੁਰੂ ਸ਼ਬਦ ਦੀਆਂ 4 ਪਰਿਕਰਮਾ ਕਰਨੀਆਂ। ਇਹ ਕਹਿ ਕੇ ਮਹਾਰਾਜ ਆਪਣੇ ਲੱਗੇ ਹੋਏ ਆਸਣ ਤੇ ਬਿਰਾਜਮਾਨ ਹੋਏ। ਤੇ ਜਿਹੜੇ ਨਿੰਦਕ ਲੋਕ ਨਹੀਂ ਚਾਹੁੰਦੇ ਸੀ ਗੁਰੂ ਨਾਨਕ ਦੇਵ ਮਹਾਰਾਜ ਨਵਾਂ ਰਸਤਾ ਆਪਣੇ ਸਿੱਖਾਂ ਨੂੰ ਦੇਣ, ਉਹਨਾਂ ਨੇ ਗੁਰੂ ਨਾਨਕ ਮਹਾਰਾਜ ਦੇ ਉੱਤੇ ਕੰਧ ਸਿੱਟਣੀ ਚਾਹੀ। ਜੋੜਿਆ ਇਹ ਜਾਂਦਾ, ਮਾਤਾ ਸੁਲੱਖਣੀ ਦੀਆਂ ਸਹੇਲੀਆਂ ਕੰਧ ਸਿੱਟਣ ਲੱਗੀਆਂ ਸੀ। ਇਦਾਂ ਦਾ ਮਜ਼ਾਕ ਨਹੀਂ ਕੋਈ ਕਰਦਾ ਹੁੰਦਾ ਵੀ ਬੰਦਾ ਮਰ ਜਵੇ ਥੱਲੇ ਆ ਕੇ। ਉਹ ਸਿੱਟਣ ਲੱਗੇ ਸੀ ਜਿਹੜੇ ਨਹੀਂ ਚਾਹੁੰਦੇ ਸੀ ਗੁਰੂ ਨਾਨਕ ਦੇਵ ਮਹਾਰਾਜ ਦੀ ਨਵੀਂ ਸੋਚ ਵੀ ਅੱਗ ਨਾਲੋਂ ਹਟ ਕੇ ਸ਼ਬਦ ਦੀਆਂ 4 ਪਰਿਕਰਮਾ ਕਰਨੀਆਂ, ਨਵੀਂ ਲੀਹ ਪਾਉਣੀ, ਵਿਰੋਧ ਝੱਲਣਾ। ਵੀ ਨਾਲੇ ਅੱਜ ਕੰਧ ਥੱਲੇ ਆ ਕੇ ਬਾਬਾ ਦੱਬਿਆ ਜਾਊ, ਨਾਲੇ ਬਾਬੇ ਦੀ ਸੋਚ ਦੱਬੀ ਜਾਊ। ਅੱਜ ਕੰਧ ਸਿੱਟ ਦੇ ਉੱਤੇ, ਜੋ ਧੱਕਾ ਦੇ ਕੇ ਸਿੱਟਣ ਦੀ ਕੋਸ਼ਿਸ਼ ਕੀਤੀ, ਕੰਧ ਹਿੱਲਦੀ ਹੈ। ਤੇ ਸੰਗਤ ਨੇ ਕਿਹਾ ਮਹਾਰਾਜ ਕੰਧ ਕੱਚੀ ਹੈ, ਕੰਧ ਹਿੱਲ ਰਹੀ ਹੈ, ਉੱਪਰ ਡਿੱਗੇਗੀ, ਨੁਕਸਾਨ ਹੋਏਗਾ, ਆਸਣ ਬਦਲ ਲਈਏ। ਤੇ ਮਹਾਰਾਜ ਨੂੰ ਤਾਂ ਪਤਾ ਸੀ ਉਹਨਾਂ ਤੋਂ ਕੀ ਲੁਕਿਆ। ਉਹ ਤੇ ਸਾਰਿਆਂ ਦੇ ਮਨ ਦੀ ਵੀ ਜਾਣਦੇ ਆ, ਨੰਗੀ ਵੀ ਜਾਣਦੇ ਆ, ਚੱਲ ਰਹੀ ਵੀ ਜਾਣਦੇ, ਆਉਣ ਵਾਲਾ ਸਮਾਂ ਵੀ ਜਾਣਦੇ। ਤੇ ਪਿਆਰਿਓ, ਗੁਰੂ ਨਾਨਕ ਦੇਵ ਮਹਾਰਾਜ ਨੇ ਮੁਸਕਰਾ ਕੇ ਬਚਨ ਕੀਤਾ, ਕਹਿੰਦੇ ਭਾਈ ਸੰਗਤੇ ਹੁਣ ਡਿੱਗਣ ਦੀ ਗੱਲ ਕਰਦੇ ਹੋ ਵੀ ਇਹ ਡਿੱਗ ਪੈ ਗਈ। ਲੈ ਤੁਹਾਡੇ ਨਾਲ ਬਚਨ ਹੈ, ਰਹਿੰਦੀ ਦੁਨੀਆ ਤੱਕ ਨਹੀਂ ਡਿੱਗਦੀ, ਆਖੋ ਸਤਨਾਮ ਵਾਹਿਗੁਰੂ ਜੀ। ਹੁਣ ਤਾਂ ਡਿੱਗਣੀ ਕੀ ਹੈ। ਤੇ ਜਿਹੜੀਆਂ ਸੰਗਤਾਂ ਅੱਜ ਬਟਾਲੇ ਦੀ ਧਰਤੀ ਤੇ ਗਈਆਂ, ਗੁਰਦੁਆਰਾ ਕੰਧ ਸਾਹਿਬ ਦੇ ਦੀਦਾਰ ਕੀਤੇ, ਉਹ ਕੰਧ ਅੱਜ ਵੀ ਹੈ। ਤੇ ਮੈਂ ਧੰਨਵਾਦ ਵੀ ਕਰਦਾ ਉਹਨਾਂ ਦੀਵਾਨਾਂ 'ਚ SGPC ਦਾ, ਵੀ ਜਿਹੜਾ ਸ਼ੀਸ਼ੇ 'ਚ ਮੜ ਕੇ ਰੱਖੀ ਹੋਈ ਹੈ। ਜੇ ਕਿਤੇ ਸ਼ੀਸ਼ਾ ਰਾ ਹੁੰਦਾ ਲੋਕਾਂ ਨੇ ਖਾ ਜਾਣੀ ਸੀ, ਆਖੋ ਸਤਨਾਮ ਵਾਹਿਗੁਰੂ ਜੀ। ਕਹਿਣਾ ਸੀ ਬਾਬੇ ਦੀ ਕੰਧ ਹੈ, ਮਿੱਟੀ ਖਾ ਲਓ ਲਾ ਕੇ। ਉਹ ਸਿੱਟਣ ਵਾਲੇ ਤਾਂ ਸਿੱਟ ਨਹੀਂ ਸੀ ਸਕੇ, ਸਾਡੇ ਵਾਲਿਆਂ ਨੇ ਖਾ ਜਾਣੀ ਸੀ। ਪੱਕੀ ਗੱਲ ਹੈ। ਤੁਸੀਂ ਸੁਲਤਾਨਪੁਰ ਸਾਹਿਬ ਜਾਓ ਮੱਥਾ ਟੇਕਣ, ਬੇਰ ਸਾਹਿਬ ਦੇ ਦਰਸ਼ਨ ਕਰੋ, ਪਿੱਤਲ ਦੀਆਂ ਸਲੇਟਾਂ ਨਹੀਂ ਲਾਈਆਂ ਉਹਨੇ ਉੱਪਰ ਤੱਕ, ਜਿੱਥੇ ਤੱਕ ਸਾਡਾ ਹੱਥ ਨਾ ਪਹੁੰਚੇ। ਉਹ ਕਿਉਂ ਲਾਈਆਂ? ਵੀ ਨਹੀਂ ਸੱਕ ਖਾਣੋਂ ਨਹੀਂ ਹਟਣਾ, ਜਪਜੀ ਸਾਹਿਬ ਪੜ੍ਹਨ ਨਾ ਪੜ੍ਹਨਾ, ਆਖੋ ਸਤਨਾਮ ਵਾਹਿਗੁਰੂ ਜੀ। ਇਹਨਾਂ ਨੇ ਇਹੀ ਕਹੀ ਜਾਣਾ ਵੀ ਸਾਕੀ ਖਾ ਲਓ, ਬਾਬੇ ਦੀ ਬੇਰੀ ਹੈ। ਇਹ ਨਹੀਂ ਫਿਕਰ ਕਰਨਾ ਵੀ 550 ਸਾਲ ਪੁਰਾਣੀ ਹੈ, ਕਿਤੇ ਸੁੱਕ ਨਾ ਜਾਵੇ ਬਾਬੇ ਦੀ ਨਿਸ਼ਾਨੀ। ਸੱਕ ਖਾਣਗੇ ਲਾ ਕੇ। ਬੱਚਾ ਸਾਰੇ ਸਾਲ ਚ ਸਕੂਲ ਚ ਪੜ੍ਹਦਾ ਨਹੀਂ, ਪੇਪਰਾਂ ਲਾ ਕੇ ਬੇਰੀ ਦੇ ਪੱਤੇ ਕਿਤਾਬਾਂ 'ਚ ਰੱਖ ਕੇ ਤੁਰਿਆ ਫਿਰਦਾ ਵੀ ਪੇਪਰ ਸੋਹਣਾ ਹੋ ਜਾਏ। ਇਹ ਭਰਮ ਸਾਡੇ ਅੰਦਰੋਂ ਤਾਂ ਕੱਢੇ ਸੀ ਬਾਪੂ ਨੇ, ਅਸੀਂ ਫੇਰ ਉਹਨਾਂ 'ਚ ਫਸ ਗਏ ਜਾ ਕੇ। ਉਹ ਤੇ ਨਿਸ਼ਾਨੀਆਂ ਨੇ ਮਹਾਰਾਜ ਦੀਆਂ, ਇਦਾਂ ਹੀ ਰਹਿਣ। ਨੁਕਸਾਨ ਨਾ ਕਰਿਆ ਕਰੋ ਉਹਨਾਂ ਚੀਜ਼ਾਂ ਦਾ। ਨਾਮ ਜਪਿਆ ਕਰੋ, ਬਾਣੀ ਪੜਿਆ ਕਰੋ, ਜਿਹਦੇ ਨਾਲ ਬੁੱਧੀ ਮਿਲਣੀ ਹੈ, ਬ੍ਰਹਮ ਗਿਆਨ ਮਿਲਣਾ ਹੈ। ਉਹ ਕੰਧ ਅੱਜ ਵੀ ਮੌਜੂਦ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਨੰਦ ਕਾਰਜ ਹੋਇਆ, ਲੈ ਕੇ ਮਾਂ ਸੁਲੱਖਣੀ ਜੀ ਦੀ ਡੋਲੀ ਸ਼੍ਰੀ ਸੁਲਤਾਨਪੁਰ ਲੋਧੀ ਸਾਹਿਬ ਦੀ ਧਰਤੀ ਤੇ ਹੀ ਆਈ, ਆਪਣੀ ਭੈਣ ਦੇ ਘਰ, ਜਿੱਥੇ ਮਾਤਾ ਬੀਬੀ ਨਾਨਕੀ ਜੀ ਵਿਆਹੇ ਹੋਏ। ਤੇ ਇਸੇ ਧਰਤੀ ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਪਹਿਲਾਂ ਮੋਦੀਖਾਨੇ ਡਿਊਟੀ ਕੀਤੀ, ਫਿਰ ਇਸੇ ਧਰਤੀ ਤੇ 3 ਦਿਨ ਬੇਈ ਨਦੀ 'ਚ ਲੋਪ ਰਹੇ। ਇਸੇ ਧਰਤੀ ਤੋਂ ਇੱਕ ਓੰਕਾਰ ਦਾ ਉਪਦੇਸ਼ ਆਰੰਭਿਆ, ਇਸੇ ਧਰਤੀ ਤੇ ਵਿਆਹ ਹੋਇਆ, ਇਸੇ ਧਰਤੀ ਤੇ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ 2 ਸਪੁੱਤਰਾਂ ਨੇ ਪ੍ਰਕਾਸ਼ ਲਿਆ। ਇੱਕ ਵੱਡੇ ਧੰਨ ਧੰਨ ਭਗਵਾਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਮਹਾਰਾਜ, ਭਾਦੋ ਸੁਦੀ 9, ਮਾਂ ਸੁਲੱਖਣੀ ਜੀ ਦੀ ਪਾਵਨ ਪਵਿੱਤਰ ਕੁੱਖ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਘਰ,
ਧੰਨ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਆਗਮਨ ਹੁੰਦੇ ਨੇ, ਪ੍ਰਕਾਸ਼ ਲੈਂਦੇ ਆ। ਤੇ ਪਿਆਰਿਓ, ਜਦੋਂ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ, ਉਸ ਤੋਂ ਪਹਿਲਾਂ ਇੱਕ ਦਿਨ ਬੇਬੇ ਨਾਨਕੀ ਜੀ, ਹਾਂ ਮੈਂ ਇੱਥੇ ਇੱਕ ਬੇਨਤੀ ਹੋਰ ਕਰ ਦਿੰਦਾ। ਕਈ ਵਾਰੀ ਨਾ ਜਦੋਂ ਇਹ ਗੱਲ ਕਰੋ ਵੀ ਬੇਬੇ ਨਾਨਕੀ ਜੀ ਨੇ ਕਿਰਪਾ ਕੀਤੀ, ਜਦੋਂ ਪੁੱਛਿਆ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਕ ਦਿਨ, ਕਹਿੰਦੇ ਭੈਣੇ ਦੱਸ ਤੈਨੂੰ ਚਾਹੀਦਾ ਕੀ ਹੈ, ਕਿਉਂਕਿ ਬੇਬੇ ਨਾਨਕੀ ਹੀ ਇੱਕ ਪਹਿਲੀ ਸਿੱਖ ਹੈ ਜਿਹਨੇ ਗੁਰੂ ਦੀ ਪਛਾਣ ਕੀਤੀ। ਆਖੋ ਸਤਨਾਮ ਵਾਹਿਗੁਰੂ ਜੀ। ਇਹ ਹਿਸਟੋਰੀਕਲ ਪੁਆਇੰਟ ਤੁਹਾਨੂੰ ਬੇਨਤੀ ਕਰਨ ਲੱਗਾ। ਜੇ ਕੋਈ ਤੁਹਾਨੂੰ ਸਵਾਲ ਪੁੱਛੇ ਗੁਰੂ ਨਾਨਕ ਦੇਵ ਮਹਾਰਾਜ ਦਾ ਸਭ ਤੋਂ ਪਹਿਲਾ ਸਿੱਖ ਕੌਣ ਹੈ, ਬਹੁਤੇ ਕਹਿਣਗੇ ਬਾਬਾ ਮਰਦਾਨਾ। ਨਹੀਂ, ਸਭ ਤੋਂ ਪਹਿਲਾ ਸਿੱਖ ਬੇਬੇ ਨਾਨਕੀ। ਆਖੋ ਸਤਨਾਮ ਵਾਹਿਗੁਰੂ ਜੀ। ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪਛਾਣ ਕੀਤੀ ਤੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਪਛਾਣ ਕੇ, ਗੁਰੂ ਨਾਨਕ ਮਹਾਰਾਜ ਦਾ ਨਿਯਮ ਸੀ ਆਪਣੀ ਭੈਣ ਦੇ ਪੈਰੀਂ ਹੱਥ ਲਾਉਂਦੇ ਸੀ ਰੋਜ਼। ਭੈਣ ਨੇ ਕਹਿਣਾ ਨਾ ਵੀਰਾ ਮੇਰੇ ਪੈਰੀਂ ਹੱਥ ਨਾ ਲਾਇਆ ਕਰ, ਤੂੰ ਤਾਂ ਰੱਬ ਦੀ ਜੋਤ ਹੈ, ਉਹਦਾ ਰੂਪ ਹੈ। ਮਹਾਰਾਜ ਨੇ ਕਹਿਣਾ ਭੈਣੇ ਗੱਲ ਵੱਖਰੀ ਹੈ, ਪਰ ਦੁਨਿਆਵੀ ਰਿਸ਼ਤੇ 'ਚ ਤੂੰ ਮੇਰੀ ਵੱਡੀ ਭੈਣ ਹੈ। ਵੱਡੀ ਭੈਣ ਨੂੰ ਬੇਬੇ ਕਿਹਾ ਸੀ ਨਾ ਮਹਾਰਾਜ ਨੇ, ਬੇਬੇ ਨਾਨਕੀ। ਆਪਾਂ ਵੀ ਉਹੀ ਬਚਨ ਵਰਤਦੇ। ਵੱਡੀ ਭੈਣ ਮਾਂ ਦੇ ਸਮਾਨ ਹੈ। ਮੈਂ ਤੇਰਾ ਵੱਡੀ ਭੈਣ ਜਾਣ ਕੇ ਸਤਿਕਾਰ ਕਰਦਾ। ਇੰਨਾ ਪਿਆਰ ਸੀ ਮਹਾਰਾਜ ਦਾ ਆਪਣੀ ਭੈਣ ਨਾਲ ਤੇ ਭੈਣ ਦਾ ਆਪਣੇ ਭਰਾ ਦੇ ਨਾਲ। ਹੁਣ ਬੇਨਤੀ ਜਿਹੜੀ ਕਰਨ ਲੱਗਿਆ, ਮੈਂ ਮਹਾਰਾਜ ਦੇ ਪ੍ਰਕਾਸ਼ ਦੀ ਗੱਲ ਅੱਜ ਕੀਤੀ ਹੈ ਵੀ ਭਾਦੋ ਸੁਦੀ 9 ਸੁਲਤਾਨਪੁਰ ਸਾਹਿਬ ਜੀ ਦੀ ਧਰਤੀ। ਉਹ ਤੋਂ ਅੱਗੇ ਦਾ ਬਚਨ ਕੱਲ ਕਰਾਂਗਾ ਦੀਵਾਨ, ਪਰ ਅੱਜ ਇਹ ਗੱਲ ਤੁਹਾਡੇ ਚ ਕਲੀਅਰ ਕਰ ਦਿੰਦਾ ਹੈ। ਕਈ ਲੋਕ ਕਹਿੰਦੇ ਆ, ਕਈ ਮਨਮੁਖ ਕਹਿੰਦੇ ਆ, ਕਈ ਕੱਟੜ ਪ੍ਰਚਾਰਕ ਕਹਿੰਦੇ ਆ ਕਿ ਜੇ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਚੋਂ ਅਰਦਾਸ ਕਰਕੇ ਔਲਾਦ ਮਿਲਦੀ ਹੋਵੇ ਫਿਰ ਬੇਬੇ ਨਾਨਕੀ ਦੇ ਕਿਉਂ ਨਹੀਂ ਹੋਈ? ਆਖੋ ਸਤਨਾਮ ਵਾਹਿਗੁਰੂ ਜੀ। ਇੱਕ ਸਵਾਲ ਹੈ, ਬੇਬੇ ਨਾਨਕੀ ਦੇ ਘਰ ਧੀ ਪੁੱਤ ਕਿਉਂ ਨਹੀਂ ਦਿੱਤਾ ਗੁਰੂ ਨਾਨਕ ਮਹਾਰਾਜ ਨੇ? ਜੇ ਗੁਰੂ ਨਾਨਕ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਕੇ ਧੀ ਪੁੱਤ ਹੋ ਸਕਦਾ? ਇਹ ਹੁਣ ਸਵਾਲ ਹੈ ਨਾ, ਕੀ ਜਵਾਬ ਦਿਓਗੇ? ਸੁਣੋ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਕ ਦਿਨ ਭੈਣ ਨਾਨਕੀ ਨੂੰ ਪੁੱਛਿਆ, ਬੀਬੇ ਅੱਜ ਚਿਹਰਾ ਮੁਰਝਾਇਆ ਹੋਇਆ ਹੈ, ਅੱਜ ਚਿਹਰੇ ਤੇ ਉਹ ਰੌਣਕ ਨਹੀਂ ਹੈ, ਕਾਰਨ ਕੀ ਹੈ? ਉਹ ਤੇ ਸੀ ਗੁਰੂ, ਉਹ ਤੇ ਸੀ ਰੱਬ, ਉਹ ਨਹੀਂ ਤਾਂ ਪਤਾ ਹੀ ਹੈ ਵੀ ਮਨ 'ਚ ਕੀ ਚੱਲਦਾ ਹੈ। ਆਮ ਬੰਦਾ ਵੀ ਦੁਨੀਆ 'ਚ ਵਿਚਰਨ ਵਾਲਾ ਹੋਵੇ ਨਾ, ਚਿਹਰਾ ਦੇਖ ਕੇ ਦੱਸ ਦਿੰਦਾ ਵੀ ਇਹ ਖੁਸ਼ ਹੈ ਕਿ ਉਦਾਸ ਹੈ। ਨਕਲੀ ਹੱਸੀ ਜਾਵੇ ਭਾਵੇਂ ਦੁਨੀਆ ਦੇ ਸਾਹਮਣੇ, ਪਰ ਪਰਖਣ ਵਾਲਾ ਬੰਦਾ ਪਰਖ ਲੈਂਦਾ ਵੀ ਇਹ ਖੁਸ਼ ਨਹੀਂ ਹੈ, ਉਹ ਤੋਂ ਹੱਸਦਾ। ਤੇ ਗੁਰੂ ਨਾਨਕ ਮਹਾਰਾਜ ਕਹਿੰਦੇ ਕਾਰਨ ਕੀ ਹੈ? ਕਹਿੰਦੇ ਵੀਰ ਜੀ ਕੁਝ ਮੰਗਣਾ ਹੈ। ਮਹਾਰਾਜ ਕਹਿੰਦੇ ਮੰਗੋ, ਕੀ ਚਾਹੀਦਾ? ਉਸ ਵੇਲੇ ਭੈਣ ਨੇ ਬੇਨਤੀ ਕੀਤੀ ਕਿ ਵੀਰ ਜੀ ਕਿਰਪਾ ਕਰੋ, ਮੈਂ ਭਤੀਜੇ ਦਾ ਮੂੰਹ ਦੇਖਣਾ ਚਾਹੁੰਦੀ ਹਾਂ। ਆਖੋ ਸਤਨਾਮ ਵਾਹਿਗੁਰੂ ਜੀ। ਜੇ ਉੱਥੇ ਸ਼ਬਦ ਪੈਂਦਾ ਵੀ ਮੈਨੂੰ ਧੀ ਪੁੱਤ ਦੀ ਦਾਤ ਦਿਓ, ਕਦੇ ਝੋਲੀ ਖਾਲੀ ਨਾ ਰਹਿੰਦੀ। ਮਾਤਾ ਨੇ, ਬੇਬੇ ਨੇ ਮੰਗਿਆ ਹੀ ਨਹੀਂ। ਬੇਬੇ ਕਹਿੰਦੀ ਮੈਂ ਭਤੀਜੇ ਦਾ ਮੂੰਹ ਦੇਖਣਾ ਚਾਹੁੰਦੀ ਹਾਂ। ਭੂਆ ਲਾਡ ਕਰਦੀ ਹੈ ਭਤੀਜੇ ਦਾ। ਇੱਥੇ ਮੈਂ ਇੱਕ ਨਾਲ ਇਤਿਹਾਸ ਦੀ ਬੇਨਤੀ ਹੋਰ ਜੋੜ ਦਿੰਦਾ ਹੈ, ਤੁਹਾਨੂੰ ਬੇਨਤੀ ਪੱਕੀ ਹੋ ਜੂ। ਜਦੋਂ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ, ਮਹਾਰਾਜ ਜੀ ਜਠਾਣੀ ਮਿਹਣੇ ਮਾਰਦੀ ਹੈ ਕਰਮੋਂ, ਪਿਰਥੀ ਚੰਦ ਦੇ ਘਰ ਵਾਲੀ, ਵੀ ਤੂੰ ਨਪੁੱਤੀ ਜਾਣਾ ਧਰਤੀ ਤੋਂ, ਲੋਕਾਂ ਦੀਆਂ ਝੋਲੀਆਂ ਭਰੀ ਜਾਂਦੇ ਹੋ, ਮੇਰੇ ਤੇ ਵੀ ਕਿਰਪਾ ਕਰੋ, ਮੇਰੇ ਤੇ ਵੀ ਰਹਿਮਤ ਕਰੋ। ਮੈਂ ਗੱਦੀ ਕਰਕੇ ਨਹੀਂ ਕਹਿੰਦੀ ਮੇਰੇ ਘਰ ਧੀ ਪੁੱਤ ਹੋਵੇ, ਪਰ ਮੈਨੂੰ ਤਾਨੇ ਮਾਰਦਾ ਸਰੀਕਾ। ਮਹਾਰਾਜ ਮੁਸਕਰਾ ਕੇ ਕਹਿੰਦੇ ਕਿਰਪਾ ਹੋਏਗੀ, ਪਰ ਕੋਈ ਗੁਰੂ ਨਾਨਕ ਦਾ ਬਖਸ਼ਿਆ ਸਿੱਖ ਤੇਰੇ ਲਈ ਅਰਦਾਸ ਕਰੇ। ਉਥੇ ਮਾਤਾ ਗੰਗਾ ਜੀ ਨੇ ਵੀ ਬਚਨ ਕੀਤਾ ਸੀ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਤੁਸੀਂ ਲੋਕਾਂ ਦੀਆਂ ਝੋਲੀਆਂ ਭਰਦੇ ਹੋ, ਮੇਰੀ ਵਾਰੀ ਕਹਿਤਾ ਕੋਈ ਬਖਸ਼ਿਆ ਸਿੱਖ ਬਚਨ ਕਰੇ। ਮਹਾਰਾਜ ਕਹਿੰਦੇ ਗੁਰੂ ਨਾਨਕ ਦੇ ਘਰ ਦੀਆਂ ਦਾਤਾਂ ਘਰ ਲਈ ਨਹੀਂ ਹੁੰਦੀਆਂ, ਸੰਗਤਾਂ ਲਈ ਹੁੰਦੀਆਂ। ਆਖੋ ਸਤਨਾਮ ਵਾਹਿਗੁਰੂ ਜੀ। ਇਹ ਸੰਗਤਾਂ ਨੂੰ ਵਰਤਾਉਣ ਨੂੰ ਹੈ, ਤੇ ਤੇਰੇ ਤੇ ਕਿਰਪਾ ਗੁਰੂ ਨਾਨਕ ਕਰੇਗਾ, ਪਰ ਬਖਸ਼ੇ ਹੋਏ ਸਿੱਖ ਰਾਹੀਂ
ਕਰਨਾ ਭਾਵੇਂ ਗੁਰੂ ਅਰਜਨ ਦੇਵ ਜੀ ਨੇ ਰਹਿਮਤਾਂ ਦਾ ਮੀਂਹ ਵਰਸਾਉਣਾ ਹੈ, ਪਰ ਆਪਣੇ ਸੇਵਕ ਕੋ ਦੇ ਵਡਿਆਈ, ਆਪਣੇ ਸੇਵਕ ਕੋ ਨਾਮ ਜਪਾਈ। ਨਾਮ ਜਪਾਈ। ਬਾਬਾ ਬੁੱਢਾ ਸਾਹਿਬ ਜੀ ਨੂੰ ਵਡਿਆਈ ਦਿੱਤੀ। ਖੈਰ ਮੈਂ ਇੱਧਰ ਨਹੀਂ ਜਾਣਾ, ਕੇਵਲ ਟੂਕ ਮਾਤਰੇ ਤੁਹਾਡੇ 'ਚ ਬੇਨਤੀ ਰੱਖੀ ਹੈ ਕਿ ਗੁਰੂ ਜੋ ਚਾਹਵੇ ਕਰ ਸਕਦਾ, ਉਹਦੇ ਤੋਂ ਕੁਛ ਬਾਹਰ ਨਹੀਂ। ਹੁਕਮ ਹੈ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਈ, ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਈ। ਬੇਨਤੀ ਨੇੜੇ ਕਰਕੇ ਮੈਂ ਆਰਤੀ ਕਰਕੇ ਸਮਾਪਤੀ ਕਰਾਂਗਾ, ਸਮਾਂ ਹੋ ਜਾਣਾ। ਭਗਵਾਨ ਜੀ ਦੀ ਆਰਤੀ ਕਰਾਂਗੇ। ਤੇ ਪਿਆਰਿਓ, ਗੁਰੂ ਨਾਨਕ ਦੇਵ ਮਹਾਰਾਜ ਨੂੰ ਬੇਨਤੀ ਕੀਤੀ ਬੇਬੇ ਨਾਨਕੀ ਜੀ ਨੇ, ਕਹਿੰਦੇ ਵੀਰ ਜੀ ਕਰਦਾ ਮੈਂ ਭਤੀਜੇ ਦਾ ਮੂੰਹ ਦੇਖਾਂ। ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇੰਨੀ ਗੱਲ ਹੈ ਭੈਣੇ, ਤੇਰੀ ਬੇਨਤੀ ਪ੍ਰਵਾਨ। ਫੇਰ ਉਸੇ ਸੁਲਤਾਨਪੁਰ ਲੋਧੀ ਸਾਹਿਬ ਜੀ ਦੀ ਧਰਤੀ ਤੇ ਧੰਨ ਮਾਂ ਸੁਲੱਖਣੀ ਜੀ ਦੀ ਪਾਵਨ ਕੁੱਖ ਤੋਂ ਪਹਿਲੇ ਵੱਡੇ ਪੁੱਤਰ ਬਾਲ ਜਤੀ ਬ੍ਰਹਮਚਾਰੀ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਨੇ ਭਾਦੋ ਸੁਦੀ 9 ਨੂੰ ਪ੍ਰਕਾਸ਼ ਲਿਆ, ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ 527ਵਾਂ ਆਪਾਂ ਸਾਰੇ ਮਨਾ ਰਹੇ ਹਾਂ, ਦੁਨੀਆ ਮਨਾ ਰਹੀ ਹੈ, ਦੇਸ਼ਾਂ ਵਿਦੇਸ਼ਾਂ ਵਿੱਚ ਮਨਾਇਆ ਜਾ ਰਿਹਾ। ਪਹਿਲਾਂ ਤਾਂ ਭੰਡਿਆ ਹੀ ਬਹੁਤ ਸੀ ਭਗਵਾਨ ਜੀ ਨੇ, ਸਾਡੇ ਪ੍ਰਚਾਰਕਾਂ ਨੇ ਭੰਡਿਆ ਸੀ ਬਹੁਤ। 8-10 ਸਾਲਾਂ ਤੋਂ ਹੁਣ ਮਹਾਰਾਜ ਜੀ ਦੇ ਇਤਿਹਾਸ ਦਾ ਚਰਚਾ ਦੁਨੀਆ 'ਚ ਹੋਣ ਲੱਗਿਆ। ਹੁਣ ਹਰ ਕੋਈ ਰਾਗੀ, ਹਰ ਕੋਈ ਪ੍ਰਚਾਰਕ ਭਗਵਾਨ ਜੀ ਦੀ ਗੱਲ ਕਰਦਾ। ਪਹਿਲਾਂ ਡਰਦੇ ਸੀ ਵਿਚਾਰੇ ਵੀ ਖਰੇ ਸਾਡੇ ਕੋਲ ਸਟੇਜਾਂ ਰਹਿਣੀਆਂ ਕਿ ਨਹੀਂ, ਕਿਉਂਕਿ ਮਹਾਂਪੁਰਸ਼ਾਂ ਦੀਆਂ ਸੀਸਾਂ ਨਾਲ, ਗੁਰੂ ਦੀ ਕਿਰਪਾ ਨਾਲ ਅਸੀਂ ਖੁਦ ਇਸ ਵਿੱਚ ਦੀ ਲੰਘੇ ਹੋਏ ਹਾਂ। ਉਦੋਂ ਕੋਈ ਨਹੀਂ ਸੀ ਬੋਲਦਾ ਜਦੋਂ ਮਹਾਂਪੁਰਖਾਂ ਨੇ ਸਾਡੇ ਕੋਲੋਂ ਬੁਲਵਾਇਆ ਮਹਾਰਾਜ ਦਾ ਇਤਿਹਾਸ। ਬੜੇ ਵੱਡੇ ਇਲਜ਼ਾਮ ਲੱਗੇ, ਬਾਹਰਲੀਆਂ ਕੰਟਰੀਆਂ 'ਚੋਂ ਵੀਡੀਓ ਬਣਾ ਕੇ ਲੋਕਾਂ ਨੇ ਪਾਈਆਂ, ਇਹ ਆਰਐਸਐਸ ਦੇ ਬੰਦੇ ਸਾਧਾਂ ਨੂੰ ਪ੍ਰਮੋਟ ਕਰਦੇ ਆ। ਫਿਰ ਅਸੀਂ ਬੇਨਤੀ ਕੀਤੀ ਸੀ ਵੀਡੀਓ ਰਾਹੀਂ ਵੀ ਹੁਣ ਤੁਸੀਂ ਆਖਰੀ ਲਾ ਲਿਆ ਆਪਣਾ ਜ਼ੋਰ ਵੀ ਇਹ ਆਰਐਸਐਸ ਦੇ ਬੰਦੇ ਐ, ਹੁਣ ਮਹਾਰਾਜ ਦਾ ਇਦੋਂ ਖੁੱਲ ਕੇ ਪ੍ਰਚਾਰ ਹੋਊਗਾ, ਕਰ ਲਓ ਜੋ ਕਰਨਾ ਕਰਨਾ। ਤੇ ਜਿਹੜੇ 5-7 ਸਵਾਲ ਇੰਨੇ ਸਾਲਾਂ ਦੇ ਪੁੱਛੇ, ਉਹਦਾ ਅੱਜ ਤਾਈਂ ਕਿਸੇ ਨੇ ਜਵਾਬ ਨਹੀਂ ਦਿੱਤਾ। ਵੀ ਤੁਸੀਂ ਕਹਿੰਦੇ ਹੋ ਬਾਬਾ ਸ਼੍ਰੀ ਚੰਦ ਬੇਦਖਲ ਹੈ, ਲਿਓ ਸਰਟੀਫਿਕੇਟ ਦਿਖਾ ਲਓ ਬਾਬੇ ਨਾਨਕ ਨੇ ਕਿੱਥੇ ਲਿਖਿਆ ਵੀ ਮੈਂ ਆਪਣੇ ਪੁੱਤਾਂ ਨੂੰ ਬੇਦਖਲ ਕੀਤਾ। ਦਿਖਾਵੇ ਕੋਈ ਇਤਿਹਾਸ ਚੋਂ ਕੱਢ ਦੇਵੇ ਗੱਲ ਵੀ ਗੁਰੂ ਨਾਨਕ ਮਹਾਰਾਜ ਨੇ ਕਿਹਾ ਮੇਰੇ ਪੁੱਤਰਾਂ ਨੂੰ ਮੂੰਹ ਨਾ ਲਾਇਓ, ਕੱਢੋ ਕਿਤੇ। ਕੋਈ ਇਤਿਹਾਸ ਚੋਂ ਕੱਢ ਦੇਵੇ ਵੀ ਗੁਰੂ ਨਾਨਕ ਮਹਾਰਾਜ ਦੇ ਬਰਾਬਰ ਜਾਂ ਗੁਰੂ ਅੰਗਦ ਦੇ ਮਹਾਰਾਜ ਦੇ ਬਰਾਬਰ ਗੁਰੂ ਨਾਨਕ ਦੇ ਪੁੱਤਾਂ ਨੇ ਗੱਦੀ ਲਾ ਲਈ, ਕੋਈ ਦੱਸੇ। ਪਿਰਥੀ ਚੰਦ ਜੀ ਦਾ ਆਉਂਦਾ ਨਾ, ਜੇ ਵਿਰੋਧ ਕੀਤਾ ਗੁਰੂ ਅਰਜਨ ਦੇਵ ਜੀ ਦਾ। ਭਾਈ ਦਾਤੂ ਜੀ ਦਾ ਆਉਂਦਾ ਨਾ, ਦੂਜੇ ਪਾਤਸ਼ਾਹ ਦੇ ਪੁੱਤਰ, ਜਿਨ੍ਹਾਂ ਨੇ ਗੁਰੂ ਅਮਰਦਾਸ ਮਹਾਰਾਜ ਦੇ ਲੱਤ ਮਾਰੀ ਸੀ ਆਸਣ ਤੇ ਬੈਠਿਆਂ ਦੇ ਵੀ ਗੱਦੀ ਦਾ ਮਾਲਕ ਮੈਂ ਬਣਨਾ ਸੀ, ਤੁਸੀਂ ਕਿੱਦਾਂ ਬਣ ਗਏ। ਰਾਮ ਰਾਏ ਦਾ ਜ਼ਿਕਰ ਆਉਂਦਾ, ਗੁਰੂ ਦੇ ਸੁਪੁੱਤਰ ਸਨ ਰਾਮ ਰਾਏ, ਉਹਨਾਂ ਨੇ ਬਾਣੀ ਦੀ ਪੰਕਤੀ ਬਦਲਤੀ ਔਰੰਗਜ਼ੇਬ ਦੇ ਮੂਹਰੇ ਜਾ ਕੇ, ਮਿੱਟੀ ਮੁਸਲਮਾਨ ਕੀ ਦੀ ਥਾਂ ਮਿੱਟੀ ਬੇਈਮਾਨ ਦੀ ਕਹਿਤਾ ਸੀ। ਤੇ ਗੁਰੂ ਹਰਰਾਏ ਸਾਹਿਬ ਕਹਿੰਦੇ ਤੂੰ ਭਾਵੇਂ ਮੇਰਾ ਪੁੱਤ ਹੈ, ਤੂੰ ਗੁਰੂ ਦੀ ਬਾਣੀ ਦੀ ਬੇਅਦਬੀ ਕੀਤੀ, ਮੇਰੇ ਮੱਥੇ ਨਾ ਲੱਗੀ ਸਾਰੀ ਉਮਰ। ਜਿਨ੍ਹਾਂ ਨੇ ਕੀਤਾ ਇਤਿਹਾਸ 'ਚ ਆਇਆ ਹੈ। ਬਾਬਾ ਸ਼੍ਰੀ ਚੰਦ ਮਹਾਰਾਜ ਦਾ ਕੀ ਆਇਆ, ਉਹ ਦੋ ਗੱਲਾਂ ਲੈ ਕੇ ਘੁੰਮੀ ਜਾਂਦੇ। ਮਹਾਰਾਜ ਨੇ ਕਿਹਾ ਬਾਟਾ ਕੱਢ ਗਾਰੇ ਚੋਂ ਆ ਕੇ ਕੱਢਿਆ ਨਹੀਂ, ਹੁਕਮ ਨਹੀਂ ਮੰਨਿਆ। ਕੱਲ ਨੂੰ ਜ਼ਿਕਰ ਕਰਾਂਗਾ ਕਿ ਬਚਨ ਗੁਰਬਾਣੀ ਦਾ ਹੈ, ਜਿਸ ਕੀ ਵਸਤ ਮਹਾਰਾਜ ਕਹਿੰਦੇ ਜਿਚਰ ਪੂਰਬ ਦੇਵਣਾ, ਜਿਸ ਕੀ ਵਸਤ ਤਿਸੇ ਘਰ ਆਵੇ। ਜਿਹਨੂੰ ਜੋ ਵਸਤ ਗੁਰੂ ਨੇ ਦੇਣੀ ਹੈ, ਉਹਦੇ ਤੇ ਦੂਜਾ ਕਾਬਜ ਨਹੀਂ ਹੋ ਸਕਦਾ। ਜੋ ਮੇਰੇ ਤੇ ਕਿਰਪਾ ਕਰਨੀ ਹੈ ਉਹ ਮੇਰੇ ਤੇ ਹੀ ਕਰਨੀ ਹੈ, ਮੇਰੇ ਤਾਂ ਖੋ ਕੇ ਦੂਜਾ ਕਿੱਦਾਂ ਲੈ ਜੂਗਾ। ਤੁਹਾਡੇ ਤੇ ਜਿਹੜੀ ਕਿਰਪਾ ਕਰਨੀ ਹੈ ਉਹ ਤੁਹਾਡੇ ਤੇ ਹੋਣੀ, ਕੋਈ ਰੋਕ ਨਹੀਂ ਸਕਦਾ। ਜਿਹੜੀ ਵਸਤੂ ਜਿਹਦੇ ਘਰ ਆਉਣੀ ਹੈ ਗੁਰੂ ਦਊਗਾ, ਕੋਈ ਨਹੀਂ ਰੋਕ ਸਕਦਾ। ਗੁਰੂ ਰਹਿਮਤ ਕਰ ਦਿੰਦਾ। ਹੁਣ ਗੱਦੀ ਦੀ ਮਲਕੀਅਤ ਹੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਸੀ, ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਸੀ। ਬਾਬਾ ਸ਼੍ਰੀ ਚੰਦ ਮਹਾਰਾਜ ਨੂੰ ਕਿਉਂ ਦਿੰਦੇ? ਉਹਨਾਂ ਦਾ ਆਪਣਾ ਵੱਖਰਾ ਉਦਾਸੀ ਪੰਥ ਸ਼ੁਰੂ ਹੋਇਆ। ਉਦਾਸੀ ਭੇਖ ਬੇਨਤੀਆਂ ਕਰਾਂਗੇ ਆਉਣ ਵਾਲੇ 2 ਦਿਨਾਂ 'ਚ, ਕਿਉਂਕਿ ਵਿੱਚੋਂ ਬੇਨਤੀਆਂ ਕਰਨੀਆਂ ਫਿਰ ਚੰਗੀ ਗੱਲ ਨਹੀਂ। ਲੜੀਵਾਰ ਬੇਨਤੀ ਕਰਾਂਗਾ।
ਸੋ ਅੱਜ ਦੀ ਬੇਨਤੀ, ਅੱਜ ਦੇ ਦੀਵਾਨ ਦੀ ਬੇਨਤੀ ਇਹੀ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਵੇਂ ਰਹਿਮਤਾਂ ਕਰਦੇ ਐ, ਕਿਵੇਂ ਬਖਸ਼ਿਸ਼ਾਂ ਕਰਦੇ ਐ। ਉਹਨਾਂ ਦੇ ਵਿਆਹ ਤੋਂ ਬਾਅਦ ਗੁਰੂ ਨਾਨਕ ਮਹਾਰਾਜ ਦੇ ਘਰ ਦੇ ਵਿੱਚ ਦੋ ਸਪੁੱਤਰ ਭਗਵਾਨ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਚੰਦ ਜੀ, ਦੋ ਸਪੁੱਤਰਾਂ ਦਾ ਪ੍ਰਕਾਸ਼ ਹੁੰਦਾ ਹੈ। ਉਸ ਤੋਂ ਅੱਗੇ ਦੀ ਵਾਰਤਾ ਕੱਲ ਸ਼ਾਮ ਦੇ ਦੀਵਾਨ ਵਿੱਚ ਠੀਕ 7 ਵਜੇ ਆਰੰਭਤਾ ਹੋਵੇਗੀ ਰਹਿਰਾ ਸਾਹਿਬ ਜੀ ਦੇ ਜਾਪ ਤੋਂ ਉਪਰੰਤ। ਸੰਗਤਾਂ ਸਮੇਂ ਸਿਰ ਪਹੁੰਚਿਓ। ਔਰ ਦੋ ਬੇਨਤੀਆਂ ਤੁਹਾਡੇ ਚਰਨਾਂ 'ਚ, ਜਿਹੜੀਆਂ ਸੰਗਤਾਂ ਨੇ ਸੇਵਾ ਕਰਨੀ, ਸਮੇਂ ਨਾਲ ਆ ਕੇ ਸੇਵਾ ਕਰਨੀ, ਸਮੇਂ ਨਾਲ ਦੀਵਾਨ ਵਿੱਚ ਬਹਿਣਾ। ਤੇ ਜਦੋਂ ਭੈਣਾਂ ਵਾਲੇ ਬੀਬੀਆਂ ਵਾਲੇ ਪਾਸੇ ਜਦੋਂ ਆਪ ਜੀ ਨੇ ਦੀਵਾਨ 'ਚ ਬਹਿਣਾ, ਜਿੱਥੇ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਆ ਨਾ, ਸਾਹਮਣੇ ਜਿੱਥੇ ਆ ਟਾਟ ਵਿਛਿਆ ਹੋਇਆ ਹੈ, ਇਤੋਂ ਨਾਲੋਂ ਬਹਿਣਾ ਸ਼ੁਰੂ ਕਰਿਆ ਕਰੋ। ਅਸੀਂ ਪਿੱਛੋਂ ਸ਼ੁਰੂ ਕਰਦੇ ਆ, ਜਿਵੇਂ ਕਲਾਸ 'ਚ ਨਹੀਂ ਬੱਚਾ ਡਰਦਾ ਪਿੱਛੇ ਨੀਵੀਂ ਪਾ ਕੇ ਬਹਿ ਜਾਂਦਾ ਵੀ ਖਰੇ ਠਾਲ ਕੇ ਮਾਸਟਰ ਨੇ ਕੀ ਪੁੱਛ ਲੈਣਾ। ਇੱਥੋਂ ਮੋਹਰਿਓਂ ਬੈਠਣਾ ਸ਼ੁਰੂ ਕਰਿਆ ਕਰੋ। ਜੇ ਧਾਰਨਾ 'ਚ ਤੁਹਾਨੂੰ ਬੁਲਾਉਣਾ ਹੋਵੇ, ਮੈਨੂੰ ਸੁਣ ਤਾਂ ਪਊ, ਤੁਸੀਂ ਬੋਲਦੇ ਹੋ। ਤੇ ਦੂਜੀ ਬੇਨਤੀ ਵੀਰਾਂ ਨੂੰ ਹੈ ਕਿ ਜਿਹੜੀ ਪੰਗਤ ਜੀ ਲਾ ਕੇ ਉਹ ਬੂਹੇ ਤੱਕ ਜਾਂਦੇ ਹੋ ਨਾ, ਇੱਥੇ ਬੈਠਿਆ ਕਰੋ ਅੱਗੇ ਆ ਕੇ ਸਾਰੇ। ਇਹ ਬੇਨਤੀ ਹੈ। ਆ ਇਸੇ ਕਰਕੇ ਸਟੇਜ ਇੱਧਰ ਨੂੰ ਕਰਾਈ ਆ ਮਹਾਂਪੁਰਸ਼ਾਂ ਨੇ ਵੀ ਇੱਥੇ ਥਾਂ ਖੁੱਲ ਜੂ, ਇੱਥੇ ਸੰਗਤ ਬੈਠਿਆ ਕਰੋ, ਇਕੱਠੇ ਹੋ ਕੇ ਬੈਠਿਆ ਕਰੋ ਇੱਕ ਜਗ੍ਹਾ। ਆ ਜਿਹੜੇ ਕਿਤੇ ਬੈਠੇ ਲਾਈਵ ਤੁਹਾਨੂੰ ਦੇਖਦੇ ਆ, ਉਹ ਲਰਜੀ ਬਣਾ ਕੇ ਪਿੱਛੇ ਤੱਕ ਤੁਸੀਂ ਬੈਠੇ ਹੋ। ਇੱਕ ਥਾਂ ਬੈਠ ਕੇ ਸਤ ਸੰਗੀ ਰੂਪ ਦੇ ਵਿੱਚ, ਕਿਉਂਕਿ ਲਿਹਾਜ਼ ਲਿਹੂਜ ਮਹਾਂਪੁਰਸ਼ ਕਹਿੰਦੇ ਘੱਟ ਕਰਿਆ ਕਰ, ਕਹਿ ਦਿਆ ਕਰ, ਕਹਿਤਾ। ਹੁਣ ਕੱਲ ਨੂੰ ਬਾਕੀ ਕਾਰਵਾਈ ਪਾਵਾਂਗੇ ਨਾ, ਤੁਸੀਂ ਉੱਠ ਕੇ ਅੱਗੇ ਨੂੰ ਆਏ। ਸੋ ਮਹਾਰਾਜ ਕਿਰਪਾ ਕਰਨ, ਆਓ। ਜਿੰਨੀ ਵੀ ਕਥਾ ਵਿਚਾਰ ਮਹਾਰਾਜ ਦੇ ਜੀਵਨ ਚੋਂ ਤੁਹਾਡੇ ਨਾਲ ਸਾਂਝੀ ਕੀਤੀ ਹੈ, ਆਪ ਜੀ ਨੇ ਪ੍ਰਵਾਨ ਕਰਨੀ, ਹਿਰਦਿਆਂ 'ਚ ਵਸਾਉਣੀ। ਮਹਾਰਾਜ ਜੀ ਦੀ ਆਰਤੀ ਦੇ ਵਿੱਚ ਸਾਰਿਆਂ ਨੇ ਜੁੜਨਾ, ਕੋਈ ਰਸਨਾ ਵਾਂਝੀ ਨਾ ਰਵੇ। ਉਪਰੰਤ ਫਿਰ ਆਨੰਦ ਸਾਹਿਬ ਪੜ੍ਹ ਕੇ ਸਮਾਪਤੀ ਕਰਾਂਗੇ ਜੀ। ਆਓ, ਬੜੇ ਪਿਆਰ ਨਾਲ ਧੰਨਵਾਦੀਆਂ ਸਾਰੀਆਂ ਸੰਗਤਾਂ ਦੇ, ਜਿਨ੍ਹਾਂ ਨੇ ਪਹਿਲੇ ਦਿਨ ਰਾਤਰੀ ਦੇ ਦੀਵਾਨਾਂ 'ਚ ਹਾਜ਼ਰੀ ਭਰੀ। ਕੱਲ ਰਾਤਰੀ ਦੇ ਦੀਵਾਨ ਵਿੱਚ ਫਿਰ ਇਸੇ ਤਰ੍ਹਾਂ ਹਾਜ਼ਰੀਆਂ ਭਰੋ। ਪਰਸੋਂ ਦਿਨ ਦੇ ਦੀਵਾਨਾਂ ਵਿੱਚ ਭੋਗ ਤੋਂ ਉਪਰੰਤ ਹਾਜ਼ਰੀ ਦੀਵਾਨਾਂ ਦੀ ਸੰਗਤਾਂ ਨੇ ਭਰਨੀ ਹੈ। ਜਿਸ ਦੀਵਾਨ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਪੰਥ ਦਾ ਸਿਰਮੌਰ ਢਾਡੀ ਜਥਾ ਬੀਬੀ ਦਲੇਰ ਕੌਰ ਜੀ ਖਾਲਸਾ, ਪੰਡੋਰੀ ਖਾਸ ਨਕੋਦਰ ਵਾਲੇ, ਉਹ ਵੀ ਸੰਗਤਾਂ ਦੇ ਵਿੱਚ ਹਾਜ਼ਰੀ ਪਰਸੋਂ ਦਿਨ ਦੇ ਦੀਵਾਨਾਂ 'ਚ ਭਰਨਗੇ ਜੀ। ਸਾਰਿਆਂ ਨੇ ਸਮੇਂ ਸਿਰ ਪਹੁੰਚ ਕੇ ਹਾਜ਼ਰੀ ਲਾਉਣੀ। ਆਓ, ਬੜੇ ਪਿਆਰ ਨਾਲ ਮਹਾਰਾਜ ਜੀ ਦੇ ਪਾਵਨ ਆਰਤੀ ਦੇ ਜਾਪ ਨਾਲ ਸਾਰੇ ਜੁੜੋ, ਕੋਈ ਰਸਨਾ ਵਾਂਝੀ ਨਾ ਰਵੇ ਜੀ। श्री चंद्र देवा स्वामी जय श्री चंद्र देवा। और नर मुनि जन सेवक, और नर मुनि जन सेवक, संतन के साहिबा। ओम जय श्री चंद्र देवा। कल युग घोर अंधेर देख कर करे ओ अवतारा। बाबा करे ओ अवतारा। शंकर रूप सदा शिव, शंकर रूप सदा शिव, हरे अपरंपारा। ओम जय श्री चंद्र देवा। जोगिंदर अवधूत सदा तुम बालक ब्रह्मचारी। बाबा बालक ब्रह्मचारी। एक उदासीन चालक, एक उदासीन चालक, महिमा अति पारी। ओम जय श्री चंद्र देवा। रामदास
कुल भूषण बाबा सोडी कुल पूजन सेवक चरण तुम्हारे सेवक चरण तुम्हारे मिट गए सब दूषण ओम जय श्री चंद्र देवा रिद्धि सिद्धि के दाता भगतन के त्राता भगतन के त्राता रोग शोक सब काटो रोग शोक सब काटो शरणी जो आता ओम जय श्री चंद्र देवा भगत गिरी सन्यासी चरना विच गिरियो चरना विच गिरियो काट दियो भव बंधन काट दियो भगतन जन काट दियो भव बंधन काट दियो भव बंधन शिष्य अपना करियो ओम जय श्री चंद्र देवा जय श्री चंद्र देवा स्वामी जय श्री चंद्र देवा और नर मुनि जन सेवक सुर नर मुनि जन सेवक तन के साहिबा ओम जय श्री चंद्र देवा उदासीनों के मालिक पालक दुख कालक बाबा दुख कालक आचार्य सिर तार्य आचार्य फिर तार्य जग के संचालक ओम जय श्री चंद्र देवा वेदी वंश रखियो जग भीतर कृपा कर पारी बाबा कृपा कर पारी धर्म चंद्र उपदेशो धर्म चंद्र उपदेशो महिमा अति पारी ओम जय श्री चंद्र देवा और वरण तन पत्नी कान में सजे मुंदरा कान में सजे मुंदरा सावरिया सिर शोभित बावरिया कर शोरत बिख कर जग उतरा ओम जय श्री चंद्र देवा पद्मासन को मान जोग को लियो पारो बाबा जोग को लियो तारो ऐसो रूप तुम्हारो ऐसो रूप तुम्हारो मन में नित तारो ओम जय श्री चंद्र देवा जो जन आरती नित दिन बाबा जी की गावे बाबा जी की गावे बसे जी बैकुंठ नर नारी बस जी पे कोठलार नारी मुख जश फल पावे ओम जय श्री चंद्र देवा राम नारायण आरती बाबा जी की साजी बाबा जी की गावे राम नारायण आरती बाबा जी की साजी बाबा जी की साजी मालयती श्री चंद्र जी भारती श्री चंद्र जी मालयती श्री चंद्र जी भारती श्री चंद्र जी जन पर रहो राजी ओम
ਜੈ ਸ਼੍ਰੀ ਚੰਦਰ ਦੇਵਾ ਓਮ ਜੈ ਜੈ ਸ਼੍ਰੀ ਚੰਦਰ ਦੇਵਾ ਸੁਆਮੀ ਜੈ ਸ਼੍ਰੀ ਚੰਦਰ ਦੇਵਾ ਗੁਰ ਨਰ ਮੁਨੀ ਜਨ ਸੇਵਕ ਗੁਰ ਨਰ ਮੁਨੀ ਜਨ ਸੇਵਕ ਸੰਤਨ ਕੇ ਸਾਹਿਬਾ ਓਮ ਜੈ ਸ਼੍ਰੀ ਚੰਦਰ ਦੇਵਾ ਜੈ ਸ਼੍ਰੀ ਚੰਦਰ ਦੇਵਾ ਜੈ ਸ਼੍ਰੀ ਚੰਦਰ ਦੇਵਾ ਜੈ ਜੈ ਸ਼੍ਰੀ ਚੰਦਰ ਦੇਵਾ ਜੈ ਜੈ ਸ਼੍ਰੀ ਚੰਦਰ ਦੇਵਾ ਜੈ ਜੈ ਸ਼੍ਰੀ ਚੰਦਰ ਦੇਵਾ ਚੰਦਰ ਦੇਵਾ ਰਾਮਕਲੀ ਮਹੱਲਾ ਤੀਜਾ। ਆਨੰਦ ਏਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਿਸਾ ਪਾਇਆ ਸਦ ਸੁਖੀ ਮਨ ਦੀਆਂ ਵਧਾਈਆਂ ਸਾਗਰ ਤਨ ਪਰਵਾਰ ਪਰਿਆ ਸ਼ਬਦ ਗਾ ਬਣਿਆ। ਸਭ ਦੂਤ ਗਾਵੋ ਹਰੀ ਤੇਰਾ ਮਾਨ ਜੀ ਵਸਾਇਆ ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਾ ਤੂੰ ਸਦਾ ਰੋ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰੂ ਕਰ ਤੇਰਾ ਕਾਰਜ ਸਭ ਸਵਾਰਨਾ ਕਹੇ ਨਾਨਕ ਮਾਰ ਮੇਰੇ ਸਦਾ ਰੋ ਹਰ ਨਾਲ ਕਿਆ ਨਹੀਂ ਕਰਤੇ ਕਰਤਾ ਤੇਰੇ ਸਭ ਜੈ ਜਿੰਦੇ ਸੋ ਪਾਰ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਬਤਾਵੇ। ਨਾਮ ਜਿਨ ਕੇ ਮਨ ਵਸਿਆ ਬਾਜੀ ਦਰਦ ਤੇਰੇ ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਸਤਿ ਨਾਮ ਲਾਇਆ ਸਾਚ ਨਾਮ ਅਵਤਾਰ ਮੇਰਾ ਜਿਨ ਭੁੱਖਾ ਸਭ ਗਵਾਇਆ ਹਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋ ਜੀ ਆਈ ਵਡਿਆਈਆਂ ਹੈ ਨਾਨਕ ਸੁਣੋ ਸਭ ਕੋ ਸ਼ਬਦ ਕਰੂਪੇ ਆਰੋ। ਸਤਿ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੇ ਕਰਤ ਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ। ਪੰਜ ਦੂਤ ਕੋ ਦਵਾਸ ਕੀਤੇ ਕਾਲ ਕੰਠ ਤੁਮਾਰਿਆ ਨਾਮ ਪਾਇਆ ਤੁਰ ਦਿਲ ਕੋ ਤੇ ਨਾਮ ਹਰ ਕੇ ਲਾਗੇ। ਕਹੇ ਨਾਨਕ ਸਹਿਬ ਕੋ ਆਦਿਤ ਕਰ ਅਨੰਦ ਵਾਜ ਅਰਧ ਸੁਣੋ ਮਨ ਪਾਟੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਤੇਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸੱਚੇ ਪੂਰੇ ਗੁਰਤੇ ਜਾਣਿਓ ਤੇ ਪੁਨੀਤ ਕਹਤੇ ਪੁਰਤ ਸਤਿਗੁਰ ਰਹਿਆ ਭਰਪੂਰੇ। ਰੰਤ ਨਾਨਕ ਗੁਰ ਚਾਰਨ ਲਾਗੇ ਵਾਜੇ ਅਨੰਦ ਪੂਰੇ ਤੇ ਪੁਨੀਤ ਕਹਤੇ ਪੁਰਤ ਸਤਿਗੁਰ ਰਹਿਆ ਭਰਪੂਰੇ। ਰੰਤ ਨਾਨਕ ਗੁਰ ਚਾਰਨ ਲਾਗੇ ਵਾਜੇ ਅਨੰਦ ਪੂਰੇ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਜਿਸ ਰਾਤ ਉਦਾਈ ਗਾਇਆ ਖੇਲੇ ਸਗਲ ਜਗਤ ਕਿਆਈਆਂ ਮੁਰਿਆਈਆਂ ਵਾਸੇ ਧਰਮ ਦੂਰ। ਕਰਮੀ ਆਪੋ ਆਪਣੀ ਕੇ ਨੇੜੇ ਤੋਂ ਦੂਰ ਨਾਮ ਤੇ ਆਇਆ ਜਿਨੀ ਨਾਮ ਤੇ ਆਇਆ। ਜਿਨੀ ਨਾਮ ਤੇ ਆਇਆ ਜਿਨੀ ਨਾਮ ਤੇ ਆਇਆ ਵਾਹਿਗੁਰੂ 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 ਜਿਨੀ ਨਾਮ ਤੇ ਆਇਆ ਜਿਨੀ ਨਾਮ ਤੇ ਆਇਆ। ਜਿਨੀ ਨਾਮ ਤੇ ਆਇਆ ਜਿਨੀ ਨਾਮ ਤੇ ਆਇਆ ਨਾਮ ਤੇ ਆਇਆ ਜਿਨੀ ਨਾਮ ਤੇ ਆਇਆ। ਜਿਨੀ ਨਾਮ ਤੇ ਆਇਆ ਜਿਨੀ ਨਾਮ ਤੇ ਆਇਆ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ। ਨਾਨਕ ਦੇ ਬੋਝੇ ਲੈ ਕੀਤੀ ਛੁੱਟੀ ਨਾਲ ਨਾਨਕ ਨਾਮ ਚੜ੍ਹਦੀ ਕਲਾ ਸਿਰ ਪਾਣੇ ਸਰਬਤ ਦਾ ਭਲਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।